ਪਹਿਲਾਂ ਤਾਂ ਤੁਹਾਨੂੰ ਪੰਜਾਬ ਦੇ ਯੂਥ ਨੂੰ, ਚਾਹੇ ਉਹਦੇ ਵਿੱਚ ਸਾਡੀਆਂ ਬੇਟੀਆਂ ਨੇ, ਚਾਹੇ ਸਾਡੇ ਬੇਟੇ ਨੇ, ਚਾਹੇ ਸਾਡੇ ਕੋਈ ਹਾਣੀ ਭਰਾ ਨੇ, ਚਾਹੇ ਸਾਡੀਆਂ ਕੋਈ ਭੈਣਾਂ ਮਾਤਾਵਾਂ ਨੇ, ਬਹੁਤ ਜਾਗਰੂਕਤਾ ਆਈ ਆ ਤੁਹਾਡੇ ਵਿੱਚ। ਤੁਸੀਂ ਕਾਮਰੇਡਾਂ ਦਾ ਖਾਨਾ ਖਰਾਬ ਕਰਤਾ ਇੱਕ ਹਫ਼ਤੇ ਦੇ ਵਿੱਚ, ਤੇ ਉਹਨਾਂ ਨੂੰ ਭੱਜਣ ਨੂੰ ਜਗ੍ਹਾ ਨਹੀਂ ਲੱਭਦੀ। ਇੰਨੀ ਜਾਗਰੂਕਤਾ ਵਾਸਤੇ ਤੁਹਾਨੂੰ ਮੈਂ ਲੱਖ ਲੱਖ ਨਹੀਂ, ਕਰੋੜ ਕਰੋੜ ਨਹੀਂ, ਅਰਬਾਂ ਅਰਬਾਂ ਵਧਾਈ ਦਿੰਦਾ। ਇਹ ਵਧਾਈ ਦੇ ਪਾਤਰ ਤੁਸੀਂ ਤਾਂ ਬਣੇ ਹੋ ਕਿ ਸਾਡਾ ਪੁੱਤ ਦੀਪ ਸਿੱਧੂ ਆਇਆ, ਉਹ ਮਹਾਰਾਜ ਨੇ ਕਿਸੇ ਪਾਸੋਂ ਕੋਈ ਸੂਰਤ ਭੇਜੀ, ਉਹਨੇ ਆ ਕੇ ਜਾਗਰਤਾ ਲਿਆਂਦੀ ਤੁਹਾਡੇ ਵਿੱਚ। ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਆਇਆ, ਉਹਨੇ ਰਹਿੰਦੀ ਖੂੰਹਦੀ ਕਸਰ ਕੱਢਤੀ। ਪਰ ਇੱਕ ਤੁਹਾਡੇ ਵਿੱਚ ਘਾਟ ਆ ਬਹੁਤ ਵੱਡੀ, ਉਹ ਮੈਂ ਤੁਹਾਡੇ ਸਾਹਮਣੇ ਤੁਹਾਡੇ ਮੂੰਹ 'ਤੇ ਕਹਿਣਾ। ਤੇ ਉਹ ਘਾਟ ਤੁਹਾਡੇ ਵਿੱਚ ਇਹ ਆ ਕਿ ਤੁਸੀਂ ਕੋਈ ਵੀ ਚੀਜ਼ ਆ ਜਿਹੜੀ ਨਾ ਸੁਣ ਲੈਂਦੇ ਹੋ, ਲੇਕਿਨ ਉਹਦੇ 'ਤੇ ਅਸਰ ਨਹੀਂ ਕਰਦੇ, ਡੂੰਘਾਈ ਨਾਲ ਨਹੀਂ ਸੋਚਦੇ। ਕਿਰਪਾ ਕਰੋ ਇਹ ਚੀਜ਼ ਨੂੰ ਸੋਚਿਆ ਕਰੋ, ਡੂੰਘੀ ਗੱਲ ਨੂੰ, ਹਰ ਗੱਲ ਨੂੰ ਸੋਚਿਆ ਕਰੋ। ਜਿਵੇਂ ਬਹੁਤ ਸਾਲ ਪਹਿਲਾਂ ਬੱਬੂ ਮਾਨ ਨੇ ਇੱਕ ਗਾਣਾ ਗਾਇਆ ਸੀਗਾ, ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ। ਉਹ ਜਿਹੜਾ ਗਾਣਾ ਸੀ, ਜੇ ਤੁਸੀਂ ਪੂਰਾ ਸੁਣੋ ਨਾ ਉਹ ਗਾਣਾ ਬੱਬੂ ਮਾਨ ਦਾ, ਉਹਦੇ ਬਹੁਤ ਅਰਥ ਨਿਕਲਦੇ ਨੇ। ਉਹਦੇ ਵਿੱਚ ਸਾਰੀ ਸਟੋਰੀ ਮਤਲਬ ਸਮੋਈ ਹੋਈ ਆ ਉਹਨੇ। ਤੇ ਜਿਵੇਂ ਹੁਣ SYL ਗਾਣਾ ਇਹਨੇ ਮੁੰਡੇ ਨੇ, ਮੂਸੇ ਵਾਲੇ ਨੇ ਗਾਇਆ ਸੀਗਾ, ਉਹਦੇ ਵਿੱਚ ਵੀ ਇੱਕ ਕਹਾਣੀ ਬਹੁਤ ਵੱਡੀ, ਉਹਦੇ 'ਤੇ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ, ਉਹ ਐਡੀ ਸਟੋਰੀ ਸਮੋਈ ਵੀ ਆ ਉਹਦੇ ਵਿੱਚ। ਇਸ ਕਰਕੇ ਤੁਸੀਂ ਗੀਤ ਨੂੰ ਗੀਤ ਦੇ ਤੌਰ 'ਤੇ ਨਾ ਲਿਆ ਕਰੋ, ਗੀਤ ਨੂੰ ਇੱਕ ਕਿਤਾਬ ਦੇ ਤੌਰ 'ਤੇ ਲਿਆ ਕਰੋ। ਉਹਨੂੰ ਜਾਣਨ ਦੀ ਕੋਸ਼ਿਸ਼, ਹਰ ਲਫ਼ਜ਼ ਸੁਣ ਕੇ ਰੋਕ ਕੇ ਉਹਦਾ ਮਤਲਬ ਕੱਢਿਆ ਕਰੋ ਵੀ ਇਹਦਾ ਮਤਲਬ ਕੀ ਬਣਦਾ। ਤੇ ਉਹ ਮਤਲਬ ਬਹੁਤ ਡੂੰਘੇ ਬਣਦੇ ਆ ਉਹ ਚੀਜ਼ਾਂ ਦੇ। ਉਹ ਆਪਾਂ ਗਾਣਾ ਸਮਝ ਕੇ, ਤੁਸੀਂ ਲੋਕ ਇੱਕ ਇੰਜੋਏ ਕਰਕੇ ਗਾਣਾ ਸੁਣ ਕੇ ਛੱਡ ਦਿੰਦੇ ਹੋ, ਇਹ ਕੰਮ ਨਾ ਕਰਿਆ ਕਰੋ ਪਲੀਜ਼। ਬੇਨਤੀ ਆ ਸਾਡੀ ਇੱਕ ਵੱਡੇ ਹੋਣ ਦੇ ਨਾਤੇ ਤੁਹਾਨੂੰ ਛੋਟਿਆਂ ਨੂੰ, ਕਿ ਇਹ ਕੰਮ ਜ਼ਰੂਰ ਕਰਿਆ ਕਰੋ। ਕੋਈ ਵੀ ਗਾਣਾ ਸਿੱਖਿਆ ਦੇਣ ਵਾਲਾ ਆਉਂਦਾ ਨਾ, ਕੋਈ ਜਿਵੇਂ ਰਿਹਾਈ ਆਇਆ ਹੁਣ ਗਰੇਵਾਲ ਦਾ, ਉਹਦੇ ਵਿੱਚ ਜਿਹੜੇ ਲਫ਼ਜ਼ ਨੇ, ਅਲਫਾਜ਼ ਨੇ, ਉਹ ਅਲਫਾਜ਼ਾਂ ਨੂੰ ਬਾਰ-ਬਾਰ ਰਿਪੀਟ ਕਰਕੇ ਸੁਣਿਆ ਕਰੋ, ਉਹਦੇ ਮਤਲਬ ਲੱਭਣ ਦੀ ਕੋਸ਼ਿਸ਼ ਕਰਿਆ ਕਰੋ। ਫਿਰ ਤੁਹਾਨੂੰ ਕੋਈ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ, ਕੋਈ ਸਾਨੂੰ ਸਾਡੇ ਵਰਗੇ ਕੁੱਤੇ ਨੂੰ ਭੌਂਕਣ ਦੀ ਲੋੜ ਨਹੀਂ। ਤੁਹਾਨੂੰ ਆਟੋਮੈਟਿਕਲੀ ਜਾਗਰਤਾ ਆ ਜਾਏਗੀ, ਉਹਦੇ ਵਿੱਚ ਸਭ ਕੁਝ ਹੀ ਛੁਪਿਆ ਹੁੰਦਾ। ਪਹਿਲੀ ਤਾਂ ਗੱਲ। ਦੂਸਰੀ ਗੱਲ, ਭਗਤ ਸਿੰਘ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਆਪਣੀ ਇੱਕ ਤੁਹਾਨੂੰ ਜ਼ਿੰਦਗੀ ਦੀ ਕਹਾਣੀ ਛੋਟੀ ਜਿਹੀ ਦੱਸਦਾ। ਸਾਡੇ ਜ਼ਮਾਨੇ 'ਚ ਨਾ, ਜਦੋਂ ਅਸੀਂ ਤੁਹਾਡੇ ਵਰਗੇ ਜਵਾਨ ਹੁੰਦੇ ਸੀਗੇ, ਜਵਾਨੀ 'ਚ ਸੀ, ਫੁੱਲ ਜਵਾਨੀ 'ਚ, ਤਾਂ ਉਦੋਂ ਇਹਨਾਂ ਦਾ ਲਾਲ ਲੀਰਾਂ ਦਾ ਕਾਫੀ ਜ਼ੋਰ ਹੁੰਦਾ ਸੀ, ਕਾਮਰੇਡਾਂ ਦਾ। ਉਸ ਟਾਈਮ ਕਾਮਰੇਡਾਂ ਦੇ ਕਈ MLA ਵੀ ਬਣਦੇ ਸੀ ਆਪਣੇ ਪੰਜਾਬ ਦੇ ਵਿੱਚ। ਸਾਡੇ ਏਰੀਏ 'ਚ ਵੀ ਇੱਕ ਚੰਦ ਚੋਪੜਾ ਹੁੰਦਾ ਸੀ, ਉਹ MLA ਬਣਿਆ ਕਈ ਵਾਰ। ਤੇ ਮੇਰੇ ਸਭ ਤੋਂ ਵੱਡੇ ਭਰਾ ਮੇਰੇ ਸਰਪੰਚ ਸੀ ਪਿੰਡ ਦੇ। ਤੇ ਜਿੱਦਣ ਇੱਥੇ ਨੂੰ ਮੈਂ ਆਉਣਾ ਸੀ, ਮੇਰੇ ਪਾਸਪੋਰਟ ਦੀ ਇਨਕੁਆਰੀ ਆਈ, ਤਾਂ ਉਹ ਮੇਰਾ ਜਿਹੜਾ ਭਰਾ ਸਰਪੰਚ ਸੀ, ਉਹ ਵੀ ਲਾਲ ਲੀਰ ਸੀ। ਤੇ ਜਿਹੜਾ ਵੱਡੇ ਭਰਾ ਸਰਪੰਚ ਤੋਂ ਛੋਟਾ, ਸਰਪੰਚ ਦੀ ਤਾਂ ਡੈਥ ਹੋ ਗਈ, ਸਾਡੇ ਵੱਡੇ ਭਰਾ ਦੀ ਤਾਂ ਉਦੋਂ ਛੋਟਾ ਦੇਵ ਹੈਗਾ ਹਜੇ। ਤੇ ਜਿਹੜੇ ਮੇਰੇ ਪਿੰਡ ਦੇ ਬੰਦੇ ਸੁਣਨਗੇ ਇਹ ਵੀਡੀਓ, ਉਹਨਾਂ ਨੂੰ ਸਾਰਾ ਕੁਝ, ਸਾਰਾ ਜ਼ਾਹਰ ਹੋ ਜੂਗੀ ਸਾਰੀ ਗੱਲਬਾਤ ਇਹ। ਤੇ ਉਹ ਵੀ ਮਤਲਬ ਕਿ ਉਹ ਕਾਮਰੇਡਾਂ ਵਾਲੇ ਪਾਸੇ ਸੀਗਾ, ਛੋਟਾ ਵੀ। ਜਿਸ ਦਿਨ ਮੇਰੀ ਪਾਸਪੋਰਟ ਦੀ ਇਨਕੁਆਰੀ ਆਈ, ਤਾਂ ਕੁਦਰਤੀ ਨੋਰਮਲੀ, ਉਦੋਂ ਕੈਸਟਾਂ ਦਾ ਜ਼ਮਾਨਾ ਹੁੰਦਾ ਸੀ, ਰੀਲਾਂ ਆਉਂਦੀਆਂ ਸੀ, ਰੀਲਾਂ ਹੀ ਸੁਣਦੇ ਸੀ ਉਸ ਟਾਈਮ। ਸਨ 99 ਦੀ 98 ਦੀਆਂ ਗੱਲਾਂ ਨੇ ਇਹ। ਤੇ ਮੇਰੇ ਬੈਡਰੂਮ ਦੇ ਵਿੱਚ ਨਾ, ਟੇਬਲ ਦੇ ਉੱਤੇ, ਜਿਹੜਾ ਆਪਾਂ ਨੋਰਮਲ ਛੋਟਾ ਟੇਬਲ ਹੁੰਦਾ, ਕੁਰਸੀਆਂ ਲਾਈਆਂ, ਮੈਂ ਟੇਬਲ ਦੇ ਉੱਤੇ 6-7 ਕੈਸਟਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਪਈਆਂ। ਜਦੋਂ 3 ਪੁਲਿਸ ਵਾਲੇ ਮੇਰੇ ਪਾਸਪੋਰਟ ਦੀ ਇਨਕੁਆਰੀ ਕਰਾਉਣ ਆਏ, ਤੇ ਅਸੀਂ ਭਰਾ ਅਲੱਗ-ਅਲੱਗ ਆ। ਮੈਂ ਸਰਪੰਚ ਨੂੰ ਸੱਦਣ ਚਲਿਆ ਗਿਆ, ਉਹ ਗੌਰ ਹੀ ਨਹੀਂ ਕੀਤੀ ਵੀ ਉਹ ਕੈਸਟਾਂ ਉਹਦੇ ਉੱਤੇ ਪਈਆਂ ਨੇ, ਮੇਜ਼ ਦੇ ਉੱਤੇ ਪਈਆਂ। ਤੇ ਮੈਂ ਸਰਪੰਚ ਨੂੰ ਸੱਦ ਲਿਆਇਆ ਉਦੋਂ ਹੀ। ਤੇ ਮੈਂ ਮੋਟਰਸਾਈਕਲ ਚੱਕਿਆ, ਮੈਂ ਸਰਪੰਚ ਸਾਡੇ ਬਾਹਰ ਥੋੜ੍ਹਾ ਜਿਹਾ ਨਿਆਈ ਘਰ ਪਾਇਆ, ਉਹਨੂੰ ਲੈ ਆਇਆ। ਉਹਨੂੰ ਲੈ ਕੇ ਆਇਆ ਤਾਂ ਪਹਿਲਾਂ ਪੁਲਿਸ ਵਾਲਿਆਂ ਦਾ ਸਵਾਲ ਹੀ ਇਹ ਸੀ ਕਿ ਅਸੀਂ ਪਾਸਪੋਰਟ ਦੀ ਇਨਕੁਆਰੀ 'ਤੇ ਆਏ ਹਾਂ, ਪਰ ਸਰਪੰਚ ਸਾਹਿਬ
ਆ ਦੇਖੋ ਤੁਹਾਡੇ ਭਰਾ ਦੀ ਕਰਤੂਤ। ਆ ਹੁਣ ਅਸੀਂ ਇਨਕੁਆਰੀ ਕਿਹੜੇ ਹਿਸਾਬ ਨਾਲ ਕਰੀਏ ਤੇ ਕੀ ਇਨਕੁਆਰੀ ਭੇਜੀਏ? ਮਤਲਬ ਕਿ ਅਸੀਂ ਜਿਹੜੇ, ਕਿਉਂਕਿ ਮੈਂ ਸਾਰਿਆਂ ਨਾਲੋਂ ਛੋਟਾ ਸੀ ਸਾਡੇ ਘਰ ਦੇ ਵਿੱਚ, ਸਾਡੇ ਸਾਰੇ ਭਰਾਵਾਂ ਨਾਲੋਂ ਸਭ ਤੋਂ ਛੋਟਾ ਮੈਂ ਆ। ਤੇ ਸਾਡੀ ਹੁਣ ਸੋਚ ਉਹ ਸੀਗੀ, ਕਿਉਂਕਿ ਅਸੀਂ ਪੜ੍ਹਦੇ ਸੀਗੇ ਉਸ ਟਾਈਮ, ਸਾਨੂੰ ਪਤਾ ਸੀ, ਇਹ ਸਾਨੂੰ ਨੌਲੇਜ ਸੀ ਸਾਰੀ, ਅਸੀਂ ਪੜ੍ਹੇ ਲਿਖੇ ਸੀ। ਔਰ ਉਹ ਅਨਪੜ੍ਹ ਦੇਸੀ ਸਰਪੰਚ ਬਣੇ ਹੋਏ ਸੀ, ਹਾਲਾਂਕਿ ਪਰ ਦੇਸੀ ਅਨਪੜ੍ਹ। ਉਦੋਂ ਮੈਂ ਸ਼ਰਾਬ ਪੀ ਲੈਂਦਾ ਸੀ, ਮੀਟ ਨਹੀਂ ਸੀ ਖਾਂਦਾ, ਸ਼ਰਾਬ ਪੀ ਲੈਂਦਾ ਸੀ। ਪੀ ਕੀ ਲੈਂਦਾ ਸੀ, ਮੈਂ ਟੁੰਨ ਹੀ ਰਹਿੰਦਾ ਸੀ, ਸਮਝੋ ਯਾਰ। ਉਹ ਜਵਾਨੀ ਦੀਆਂ ਗੱਲਾਂ, ਉਹ ਜੇ ਮੇਰੇ ਪਿੰਡ ਦੇ ਹੁਣ ਇਹ ਵੀਡੀਓ ਸੁਣਨਗੇ ਬਹੁਤ, ਉਹ ਕਹਿਣਗੇ ਸਾਲਾ ਲੁਕਾਉਂਦਾ ਗੱਲਾਂ ਇਹ, ਤੇ ਮੈਂ ਲੁਕਾਉਂਦਾ ਨਹੀਂ, ਸੱਚ ਬੋਲਦਾ। ਬਹੁਤ ਸ਼ਰਾਬ ਪੀਂਦਾ ਸੀ ਮੈਂ। ਤੇ ਉਹਨਾਂ ਮੈਨੂੰ ਆ ਕੇ ਕਹਿੰਦੇ ਹੁੰਦੇ ਸੀ ਘਰੇ, ਤੇ ਉਹ ਭਗਤ ਸਿੰਘ ਵਾਲੀ ਗੱਲ ਸੁਣਾ ਰਿਹਾ ਤੁਹਾਨੂੰ ਮੈਂ, ਇਹ ਆਪਣੀ ਘਰ ਦੀ ਕਹਾਣੀ। ਇਹ ਗੱਲ ਉੱਥੇ ਜਾ ਕੇ ਮੁਕਾਉਣੀ ਆ ਮੈਂ, ਇਹ ਭਗਤ ਸਿੰਘ ਤੇ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦਾ ਹੁੰਦਾ ਸੀ। ਉਹਨਾਂ ਨੇ ਹਮੇਸ਼ਾ, ਜਦੋਂ ਵੀ ਮੇਰੇ ਵੱਡੇ ਭਰਾ ਸਰਪੰਚ ਨੇ ਵੀ, ਉਦੋਂ ਛੋਟੇ ਦੇਵ ਨੇ ਵੀ, ਜਦੋਂ ਵੀ ਆਉਣਾ ਮੇਰੇ ਕੋਲੇ, ਉਹਨਾਂ ਨੇ ਇਹੀ ਗੱਲ ਕਹਿਣੀ ਕਿ ਤੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਹੀਰੋ ਮੰਨਦਾ, ਉਹ ਤਾਂ ਅੱਤਵਾਦੀ ਸੀ, ਉਹਨੇ ਤਾਂ ਲੋਕਾਂ ਦੇ ਪੁੱਤ ਮਰਵਾਤੇ, ਉਹਨੇ ਤਾਂ ਐਂ ਕਰਤਾ ਫਲਾਣਾ। ਜਿਵੇਂ ਲਾਲ ਲੀਰਾਂ ਕਹਿੰਦੀਆਂ ਨੇ, ਆਹ ਕਾਮਰੇਡ ਲਾਣਾ ਜਾਂ ਜੋ ਵੀ ਜਿਹੜੇ ਇਹ ਹੈਗੇ ਨੇ, ਦੁੱਕੀਆਂ ਤਿੱਕੀਆਂ ਚੌਕੀਆਂ ਤੁਰੀਆਂ ਫਿਰਦੀਆਂ ਨੇ, ਇਹ ਕਹਿੰਦੀਆਂ ਨੇ ਨਾ। ਤੇ ਐਵੇਂ ਹੀ ਮੇਰੇ ਭਰਾਵਾਂ ਨੇ ਕਹਿਣਾ। ਮੇਰਾ ਉਹਨਾਂ ਨੂੰ ਇੱਕੋ ਹੀ ਸਵਾਲ ਹੁੰਦਾ ਸੀ, ਇੱਕੋ ਹੀ ਸਵਾਲ, ਸਰਪੰਚ ਨੂੰ ਵੀ, ਸਰਪੰਚ ਤੋਂ ਛੋਟੇ ਨੂੰ ਵੀ। ਛੋਟਾ ਦੇਵ ਤਾਂ ਹਜੇ ਹੈਗਾ ਹੈ, ਜਿਉਂਦਾ ਹੈ, ਭਰਾ ਸਾਡਾ ਵੱਡਾ। ਤੇ ਮੇਰਾ ਉਹਨਾਂ ਨੂੰ ਇੱਕ ਸਵਾਲ ਹੁੰਦਾ ਸੀ ਕਿ ਮੀਟ ਵੀ ਬਣਾਉਂਗਾ ਮੈਂ ਆਪਣੇ ਘਰੇ, ਤੇ ਦਾਰੂ ਵੀ ਮੇਰੀ ਚੱਲੂਗੀ, ਉਹ ਵੀ ਪੀ ਲੈਂਦੇ ਸੀਗੇ। ਤੇ ਮੇਰੇ ਘਰੇ ਆ ਜਾਓ, ਬੈਠੋ ਆਰਾਮ ਨਾਲ, ਤੇ ਮੈਂ ਤੁਹਾਨੂੰ ਕਹਾਣੀ ਸੁਣਾਉਣਾ ਸੰਤ ਜਰਨੈਲ ਸਿੰਘ ਦੀ। ਤੁਹਾਨੂੰ ਤੁਹਾਡੇ ਬ੍ਰੇਨ ਵਾਸ਼ ਕੀਤੇ ਹੋਏ ਨੇ ਨਾ ਲਾਲ ਲੀਰਾਂ ਨੇ, ਲੇਕਿਨ ਤੁਹਾਨੂੰ ਅਸਲੀਅਤ ਦਾ, ਸੱਚਾਈ ਦਾ ਕੋਈ ਪਤਾ ਨਹੀਂ, ਕਿਉਂਕਿ ਤੁਸੀਂ ਨਿੱਲ ਅਨਪੜ੍ਹ ਹੋ, ਤੁਸੀਂ ਸਕੂਲ ਗਏ ਹੀ ਨਹੀਂ, ਤੁਹਾਨੂੰ ਉੜਾੜਾ ਵੀ ਨਹੀਂ ਪਤਾ। ਇਸ ਕਰਕੇ ਤੁਸੀਂ ਮੇਰੇ ਕੋਲੇ ਆ ਜਾਓ, ਦੋਨੇ ਭਰਾ ਬਹਿ ਜਾਓ, ਸਾਰਾ ਕੁਝ ਮੇਰਾ, ਘਰੇ ਦਾਰੂ ਵੀ ਮੰਗਾਊਂਗਾ, ਮੀਟ ਵੀ ਬਣਾਊਂਗਾ, ਸਭ ਕੁਝ ਕਰੂੰਗਾ। ਲੇਕਿਨ ਸ਼ਾਮ ਤੱਕ ਜੇ ਤੁਸੀਂ ਐਸ ਮੇਰੇ ਘਰ ਦੇ ਵਿੱਚੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿੰਦਾਬਾਦ ਕਹਿ ਕੇ ਨਾ ਨਿਕਲੇ, ਤਾਂ ਮੈਨੂੰ ਆਪਣੇ ਬਾਪ ਦਾ ਨਾ ਕਿਹੋ। ਇਹ ਮੇਰਾ ਚੈਲੰਜ ਆ ਤੁਹਾਨੂੰ। ਮੈਂ ਆਪਣੇ ਭਰਾਵਾਂ ਨੂੰ ਕਰਦਾ ਰਿਹਾ ਇਹ ਚੈਲੰਜ। ਇਹ ਹੋ ਸਕਦਾ ਮੇਰਾ ਭਰਾ ਦੇਵ ਵੀ ਇਹ ਵੀਡੀਓ ਸੁਣੇ, ਉਹਨੂੰ ਯਾਦ ਆ ਜਾਣੀਆਂ ਉਹ ਗੱਲਾਂ। ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਕਿ ਸ਼ਾਮ ਤੱਕ ਮੇਰੇ ਕੋਲੇ ਬਹਿ ਜਾਓ। ਜੇ ਸ਼ਾਮ ਤੱਕ ਤੁਸੀਂ ਜਿਹੜੇ ਭਿੰਡਰਾਂ ਵਾਲੇ ਸੰਤਾਂ ਨੂੰ ਤੁਸੀਂ ਅੱਤਵਾਦੀ ਇਹ ਉਹ ਉਰਾ ਪਰਾ ਬੋਲਦੇ ਹੋ ਨਾ, ਜੇ ਸ਼ਾਮ ਤੱਕ ਤੁਹਾਡੇ ਹੀ ਮੂੰਹੋਂ ਕਹਾ ਕੇ ਸੰਤ ਜਰਨੈਲ ਸਿੰਘ ਜਿੰਦਾਬਾਦ ਦੇ ਨਾਅਰੇ ਲਵਾ ਕੇ ਆਪਣੇ ਘਰੋਂ ਮੈਂ ਤੁਹਾਨੂੰ ਤੋਰੂੰਗਾ। ਇਹ ਮੇਰਾ ਚੈਲੰਜ ਆ ਤੁਹਾਨੂੰ ਦੋਨਾਂ ਭਰਾਵਾਂ ਨੂੰ। ਤੇ ਹੁਣ ਉਸੇ ਗੱਲ ਤੇ ਮੇਰੇ ਉਹ ਗੱਲ ਯਾਦ ਆ ਗਈ, ਇਹ ਉਸੇ ਗੱਲ ਤੇ ਮੈਂ ਹਰੇਕ ਲਾਲ ਲੀਰ ਨੂੰ, ਹਰੇਕ ਵੱਡੇ ਤੋਂ ਵੱਡੇ ਵਿਦਵਾਨ ਨੂੰ, ਇਹਨਾਂ ਦੇ ਨੂੰ ਜੇ ਕੋਈ ਕਹਾਉਂਦਾ ਆਪਣੇ ਆਪ ਨੂੰ, ਜਾਂ ਕੋਈ ਆਹ ਝਾੜੂ ਪਾਰਟੀ ਵਾਲੇ, ਆ ਬੋਕਰ ਵਾਲੇ ਜਿਹੜੇ ਦੂਜੇ ਤੀਜੇ ਆ ਖੱਟੀਆਂ ਜੀਆਂ ਪੱਗਾਂ ਬੰਨ੍ਹ ਕੇ ਤੁਰੇ ਫਿਰਦੇ ਨੇ, ਕਿੰਨੇ ਵੀ, ਕੋਈ ਵੀ ਚਾਹੇ, ਮੇਰਾ ਖੁੱਲਾ ਚੈਲੰਜ ਆ, ਖੁੱਲਾ ਸਾਫ, ਕਿਸੇ ਵੀ ਪਬਲਿਕ ਪਲੇਟਫਾਰਮ ਤੇ ਆ ਜਾਓ, ਫੈਸਲਾ ਸੰਗਤ ਕਰੇਗੀ। ਡਿਬੇਟ ਕਰੋ, ਡਿਬੇਟ ਚੱਲੇ ਘੰਟਾ, ਡਿਬੇਟ ਚੱਲੇ 2 ਘੰਟੇ, ਵਿਦ ਪ੍ਰੂਫ ਗੱਲ ਕਰੂੰਗਾ, ਵਿਦ ਪੇਪਰ, ਬਗੈਰ ਐਵੀਡੈਂਸ ਤੋਂ ਗੱਲ ਨਹੀਂ ਕਰੂੰਗਾ, ਵਿਦ ਐਵੀਡੈਂਸ। ਭਗਤ ਸਿੰਘ ਦੇ ਸਾਈਨ, ਭਗਤ ਸਿੰਘ ਦਾ ਸਾਰਾ ਕੁਝ ਤੁਹਾਡੇ ਸਾਹਮਣੇ ਰੱਖ ਦੂੰਗਾ, ਤੇ ਤੁਸੀਂ ਉਹ ਐਵੀਡੈਂਸ ਦੇਖ ਕੇ ਜੇ ਖੁਦ ਨਾ ਮੰਨੇ ਤਾਂ ਮੇਰੇ ਮੂੰਹ ਤੇ ਥੁੱਕ ਦਿਓ। ਪਰ ਜੇ ਤੁਸੀਂ ਸੱਚਾਈ ਨੂੰ ਮੰਨਣ ਦਾ ਮਾਦਾ ਰੱਖਦੇ ਹੋਏ ਤਾਂ, ਜੇ ਤੁਸੀਂ ਸੱਚਾਈ ਨੂੰ ਮੰਨਣ ਦਾ ਮਾਦਾ ਹੀ ਨਹੀਂ ਰੱਖਦੇ, ਉਹੀ ਭੇਡ ਪੁਣੇ ਹੀ ਚੱਲਣਾ, ਫੇਰ ਗੱਲ ਅਲੱਗ ਹੈ। ਉਹਨੂੰ ਤਾਂ ਫਿਰ ਕੋਈ, ਉਹਨੂੰ ਤਾਂ ਰੱਬ ਵੀ ਨਹੀਂ ਮਨਾ ਸਕਦਾ। ਇਸ ਕਰਕੇ ਅਸੀਂ ਸਤਿਕਾਰ ਕਰਦੇ ਸੀ ਭਗਤ ਸਿੰਘ ਦਾ, ਕਿਉਂਕਿ ਉਹ ਪੰਜਾਬ ਦਾ ਪੁੱਤ ਸੀ। ਪਰ ਤੁਸੀਂ ਆ ਜਿਹੜੀ ਕੜੀ ਘੋਲੀ ਆ ਨਾ, ਇਹ ਕੜੀ ਘੋਲਣ ਨਾਲ ਤੁਸੀਂ ਉਹਦਾ ਸਤਿਆਨਾਸ਼ ਆਪ ਹੀ ਕਰਤਾ ਭਗਤ ਸਿੰਘ ਦਾ। ਆ ਹਫ਼ਤੇ ਦੇ ਵਿੱਚ ਤੁਸੀਂ ਰੋਲ ਕੇ ਰੱਖਤਾ ਭਗਤ ਸਿੰਘ ਨੂੰ ਆਪ ਹੀ, ਤੁਹਾਡੀਆਂ ਆਪਣੀਆਂ ਕਰਤੂਤਾਂ ਨਾਲ ਹੀ। ਤੇ ਮੈਂ ਤੁਹਾਨੂੰ ਖੁੱਲਾ ਚੈਲੰਜ ਕਰਦਾ,
कि भगत सिंह बारे पहली गल तो पुत्रो धीओ तुसीं सारियां कहानियां पढ़ो सोचो देखो सारा कुछ की कुछ होया किवें किवें होया, क्योंकि 70 साल पुरानियां तो गल्लां ने, कोई बाहलियां पुरानियां कोई पुरानियां कहानियां तो है नहीं गियां ये गुरुआं वेले दियां, जां भी कोई झूठ लिख दूगा जां कोई हजे तक भगत सिंह दे नाल दे बंदे जिउंदे ने। आ बीके दत्त हुण मरिया थोड़ा टाइम होया, मेरा ख्याल 99 के कुछ इत्थे कि जे मरिया बीके दत्त। ये दो बंदियां ने बंब चलाया सीगा असैंबली दे विच, बीके दत्त ने ते भगत सिंह ने, दो ही बंदे सी ये। ते जब बीके दत्त जिहड़ा सीगा वो बिहार दा सी ते ਉਹਨੇ ਉਹ ਬੰਬ ਬਣਾਉਣ ਦਾ ਐਕਸਪਰਟ ਸੀ, ਲੇਕਿन ਇਹਨਾਂ ਨੇ ਬੰਬ ਇਹੋ ਜਿਹਾ ਬਣਾਇਆ ਸੀ ਵੀ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ, ਮਤਲਬ ਇੱਕ ਇਹਨਾਂ ਨੇ ਪਟਾਕਾ ਜਿਹਾ ਚਲਾਇਆ ਸੀਗਾ। ਤੇ ਉਦੋਂ ਸਿਰਫ 2 ਬੰਦੇ ਫੜੇ ਗਏ ਸੀ ਪਾਰਲੀਮੈਂਟ ਦਿੱਲੀ ਦੇ ਵਿੱਚ, ਇੱਕ ਭਗਤ ਸਿੰਘ ਇੱਕ ਬੀਕੇ ਦੱਤ। ਤੇ ਭਗਤ ਸਿੰਘ ਨੂੰ ਤਾਂ ਇਹਨਾਂ ਨੇ ਉਹ ਸਾਂਡਰਸ ਵਾਲੇ ਕੇਸ ਦੇ ਵਿੱਚ ਉਲਝਾ ਲਿਆ, ਤੇ ਲੇਕਿਨ ਉਹ ਬੀਕੇ ਦੱਤ ਇੱਕ ਹਿੰਦੂ ਸੀ, ਇਹਦੇ ਨਾਂ ਦੇ ਨਾਲ ਸਿੰਘ ਲੱਗਦਾ ਸੀ। ਬੇਸ਼ੱਕ ਇਹ ਰਾਸ਼ਟਰਵਾਦੀ ਸੀ, ਬੇਸ਼ੱਕ ਇਹ ਭਗਤ ਸਿੰਘ ਆਰੀਆ ਸਮਾਜੀ ਸੀ, ਬੇਸ਼ੱਕ ਕੁਛ ਵੀ ਸੀ, ਲੇਕਿਨ ਨਾਂ ਨਾਲ ਤਾਂ ਸਿੰਘ ਲੱਗਦਾ ਸੀ ਨਾ। ਔਰ ਦੂਸਰਾ ਇਹਦੇ ਤੇ ਦੋਸ਼ ਸਾਂਡਰਸ ਦਾ ਤੇ ਚੰਨਣ ਸਿੰਘ ਦਾ ਵੀ ਸੀ, ਤੇ ਇਹ ਉਸ ਕੇਸ ਵਿੱਚ ਵੀ ਉਲਝ ਗਿਆ। ਔਰ ਇਹਨੇ 4 ਡਾਂਗਾ ਨਹੀਂ ਝੱਲੀਆਂ, ਇਹਨੇ ਸਾਰੇ ਨਾਲ ਦੇ ਆਪਣੇ ਫੜਾਤੇ ਭਗਤ ਸਿੰਘ ਨੇ, ਸਮਝੇ। ਤੇ ਦੂਸਰੀ ਗੱਲ ਹੁਣ ਬੀਕੇ ਦੱਤ ਸੀ ਜਿਹੜਾ, ਬੀਕੇ ਦੱਤ ਨੂੰ ਕੋਈ ਨਹੀਂ ਜਾਣਦਾ, ਕੋਈ ਸੋਸ਼ਲ ਮੀਡੀਆ ਨਹੀਂ ਉਹਨੂੰ ਦਿਖਾ ਰਿਹਾ, ਕੋਈ ਟੀਵੀ ਚੈਨਲ ਉਹਨੂੰ ਨਹੀਂ ਦਿਖਾ ਰਿਹਾ, ਕੋਈ ਨਹੀਂ ਦਿਖਾ ਰਿਹਾ। ਉਹਨੂੰ ਇਹਨਾਂ ਨੇ ਇੰਡੀਆ ਗੌਰਮੈਂਟ ਨੇ ਇੱਕ ਹਿੰਦੂ ਹੋਣ ਦੇ ਨਾਤੇ ਉਹਨੂੰ ਬਚਾ ਲਿਆ ਸੀ ਬੀਕੇ ਦੱਤ ਨੂੰ, ਲੇਕਿਨ ਉਹ ਵਿਚਾਰਾ ਰੁਲ ਕੇ ਮਰਿਆ, ਕੈਂਸਰ ਹੋ ਗਿਆ ਉਹਨੂੰ। ਜੇ ਐਡੇ ਹੀ ਤੁਸੀਂ ਸ਼ਹੀਦਾਂ ਦਾ ਸਨਮਾਨ ਕਰਨ ਵਾਲੇ ਸੀਗੇ ਪੰਜਾਬ ਦੇ, ਇੰਡੀਆ ਦੀ ਔਰ ਪੰਜਾਬ ਦੀ ਗੌਰਮੈਂਟ ਨੂੰ ਮੈਂ ਕਹਿਣਾ ਚਾਹੁੰਦਾ, ਤੇ ਤੁਸੀਂ ਬੀਕੇ ਦੱਤ ਨੂੰ ਸੰਭਾਲ ਲੈਂਦੇ। ਉਹ ਰੁਲ ਕੇ ਮਰਿਆ, ਉਹ ਘਰ ਦੇ ਵਿੱਚ ਰੁਲਦਾ ਸੀ ਉਹ ਪਿਆ ਬੀਕੇ ਦੱਤ, ਭਗਤ ਸਿੰਘ ਦਾ ਖਾਸ ਸਾਥੀ, ਸਮਝੇ। ਤੇ ਜਦੋਂ ਫਿਰ ਉਹਦਾ ਕੁਦਰਤੀ ਕਿਸੇ ਪੱਤਰਕਾਰ ਦਾ ਗੇੜਾ ਵੱਜਿਆ, ਫਿਰ ਉਹ ਨਿਊਜ਼ ਥੋੜ੍ਹੀ ਜਿਹੀ ਕਿਸੇ ਨਿਊਜ਼ ਚੈਨਲ ਦੇ ਵਿੱਚ ਲੱਗੀ, ਫਿਰ ਉਹਨੂੰ ਬਿਹਾਰ ਤੋਂ ਪਿੰਡ 'ਚੋਂ ਚੱਕ ਕੇ ਦਿੱਲੀ ਲੈ ਕੇ ਆਏ। ਦਿੱਲੀ ਆਉਣ ਤੋਂ 10 ਦਿਨ ਬਾਅਦ ਹੀ ਮਰ ਗਿਆ ਉਹ ਬੀਕੇ ਦੱਤ। ਆਹ ਤੁਹਾਡੀਆਂ ਗੌਰਮੈਂਟਾਂ ਨੇ, ਆਹ ਤੁਸੀਂ ਸ਼ਹੀਦਾਂ ਦਾ ਸਨਮਾਨ ਕਰਦੇ ਹੋ, ਗੱਲਾਂ ਤੁਸੀਂ ਵੱਡੀਆਂ ਵੱਡੀਆਂ ਕਰਦੇ ਹੋ। ਆਹ ਗੋਦੀ ਮੀਡੀਆ ਵੀ, ਸਾਡਾ ਪੰਜਾਬ ਦਾ ਗੋਦੀ ਮੀਡੀਆ ਵੀ ਲੱਗਿਆ ਹੋਇਆ ਵੱਡੀਆਂ ਵੱਡੀਆਂ ਗੱਲਾਂ ਕਰਨ, ਲੇਕਿਨ ਜੇ ਗੱਲਾਂ ਕਰਨ ਤੇ ਆ ਗਏ ਤਾਂ ਸਾਡੇ ਕੋਲੇ ਇਹੋ ਜਿਹੇ ਤੱਥ ਪਏ ਨੇ, ਇਹੋ ਜਿਹੇ ਪ੍ਰੂਫ ਪਏ ਨੇ, ਵਿਦ ਪ੍ਰੂਫ ਗੱਲ ਕਰਾਂਗੇ ਤੇ ਨੀਵੀਂ ਨਹੀਂ ਚੱਕ ਹੋਣੀ। ਜਿਹੜੀਆਂ ਕਰਤੂਤਾਂ ਸੀ ਭਗਤ ਸਿੰਘ ਦੀਆਂ, ਜਿਹੜੀ ਦੁਰਗਾ ਭਾਬੀ ਉਹਦੇ ਨਾਲ ਰਹਿੰਦੀ ਸੀ, ਦੁਰਗਾ ਭਾਬੀ ਦਾ ਘਰ ਵਾਲਾ ਜਿਹੜਾ ਮੁੰਡਾ ਸੀ ਹਿੰਦੂ ਸੀ, ਉਹਦਾ ਨਾਮ ਰਾਮ ਮਨੋਹਰ ਕੁਛ ਇਹੋ ਜਿਹਾ ਨਾਂ ਸੀ ਉਹਦਾ, ਮੇਰੇ ਹੁਣ ਜੇਨ 'ਚ ਨਹੀਂ ਹੈਗਾ, ਤੇ ਉਹ ਮਾਰਿਆ ਗਿਆ ਸੀ। ਉਹਦੀ ਮੌਤ ਵੀ ਸ਼ੱਕ ਦੇ ਘੇਰੇ 'ਚ ਹੈ ਕਾਮਰੇਡੋ, ਉਹ ਲਾਲੀਰੋ ਸੁਣੋ। ਉਹ ਮੁੰਡੇ ਦੀ ਮੌਤ ਜਿਹੜੀ ਦੁਰਗਾ ਭਾਬੀ ਸੀ, ਉਹ ਮੁੰਡੇ ਦੀ ਮੌਤ ਵੀ ਸ਼ੱਕ ਦੇ ਘੇਰੇ 'ਚ ਹੈ। ਉਹ ਵੀ ਇਹ ਮਤਲਬ ਅਨੁਮਾਨ ਲਾਇਆ ਜਾਂਦਾ ਕਿ ਉਹਨੂੰ ਕਤਲ ਵੀ ਭਗਤ ਸਿੰਘ ਨੇ ਕੀਤਾ ਸੀ, ਕਿਉਂਕਿ ਦੁਰਗਾ ਭਾਬੀ ਨਾਲ ਉਹਦਾ ਕੋਈ, ਬਸ ਤੁਸੀਂ ਸਮਝ ਲਓ ਇਹੋ ਜਿਹਾ ਕੁਛ ਸੀ। ਤੇ ਫਿਰੋਜ਼ਪੁਰ ਦੇ ਚਵਾਰੇ ਦੇ ਵਿੱਚ ਦੁਰਗਾ ਭਾਬੀ ਨਾਲ ਰਹਿੰਦਾ ਰਿਹਾ ਭਗਤ ਸਿੰਘ। ਵਿਦ ਪ੍ਰੂਫ ਗੱਲ ਕਰਾਂਗੇ ਔਰ ਪੇਪਰ ਐ ਸ਼ੋ ਕਰਕੇ ਗੱਲ ਕਰਾਂਗੇ। ਕਰੋੜ ਵੇਟ ਜੇ ਹਿੰਮਤ ਆ ਤਾਂ ਇੱਕ ਥਾਪੜ ਕੇ ਮੈਂ ਕਹਿਣਾ ਕਿਸੇ ਵੀ ਪਲੇਟਫਾਰਮ ਤੇ ਆ ਜਾਓ, ਕਿਸੇ ਵੱਡੇ ਚੈਨਲ ਤੇ ਆ ਜਾਓ, ਛੋਟੇ ਤੇ ਆ ਜਾਓ, ਕਿਸੇ ਤੇ ਆ ਜਾਓ, ਚੈਨਲ ਦਾ ਪ੍ਰਬੰਧ ਮੈਂ ਕਰਦਾ। ਆਓ ਕਰੋੜ ਵੇਟ, ਵਿਦ ਪ੍ਰੂਫ ਗੱਲ ਕਰਾਂਗੇ। ਔਰ ਮੈਨੂੰ ਪਤਾ ਲੱਗਿਆ, ਜਿਵੇਂ ਆ ਮੀਡੀਆ ਵਾਲੇ ਕਹਿੰਦੇ ਹੁੰਦੇ ਆ ਨਾ ਕਿ ਕੋਈ ਸੂਤਰਾਂ ਤੋਂ ਖਬਰ ਮਿਲੀ ਆ, ਐਦਾਂ ਮੈਨੂੰ ਕੋਈ ਉੜਦੀ ਜੀ ਖਬਰ ਸੂਤਰਾਂ ਤੋਂ ਮਿਲੀ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਹਿਲੇ ਹੀ ਦਿਨ ਇੱਕ ਝੰਡਾ ਗੱਡਤਾ ਉੱਥੇ ਪਾਰਲੀਮੈਂਟ ਦੇ ਵਿੱਚ, ਲਾਲ ਲੀਰੋ। ਸੁਣ ਲਓ ਧਿਆਨ ਨਾਲ, ਜੇ ਇਹ ਖਬਰ ਸੱਚੀ ਹੋਈ ਤਾਂ ਮੈਂ ਪਰ ਪੁਸ਼ਟੀ ਨਹੀਂ ਕਰਦਾ ਇਹ ਖਬਰ ਦੀ, ਮੈਨੂੰ ਕਿਸੇ ਬੰਦੇ ਨੇ ਫੋਨ ਕਰਕੇ ਦੱਸੀ ਹੈ ਇਹ ਗੱਲ। ਬਾਕੀ ਮੈਂ ਮਾਨ ਸਾਹਿਬ ਨਾਲ ਗੱਲ ਕਰੂੰਗਾ, ਫੋਨ ਕਰੂੰਗਾ ਮਾਨ ਸਾਹਿਬ ਤੋਂ, ਡਾਇਰੈਕਟ ਪੁੱਛੂੰਗਾ ਕਿ ਵਾਕਈ ਇਹ ਗੱਲ ਸੱਚ ਆ। ਮੈਨੂੰ ਸੁਣਨ 'ਚ ਇਹ ਆਇਆ ਕਿ ਸਰਦਾਰ ਮਾਨ ਨੇ ਉਹ ਦੁਰਗਾ ਭਾਬੀ ਦੀ ਜਿਹੜਾ ਮੁੰਡਾ ਦੁਰਗਾ ਭਾਬੀ ਦੇ ਘਰ ਵਾਲਾ ਮਰਿਆ ਸੀ, ਉਹਦੀ ਲੈਟਰ ਦਿੱਤੀ ਆ ਗਵਰਨਰ ਨੂੰ ਸਹੁੰ ਚੱਕਣ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਕਿ ਉਹਦੀ ਮੌਤ ਦੀ CBI ਇਨਕੁਆਇਰੀ ਕਰੋ।
अगर ਉਹਦੀ CBI ਇਨਕੁਆਇਰੀ ਹੋ ਜਾਂਦੀ ਆ, ਖੁੱਲ ਜਾਂਦੀ ਆ ਬਾਈ ਦੀ ਵੇ, ਤੇ ਫਿਰ ਉਹਦੇ ਵਿੱਚ ਕੌਣ ਫਸਦਾ ਤੇ ਕੀ ਨਿਕਲ ਕੇ ਸਾਹਮਣੇ ਆਉਂਦਾ, ਤੇ ਤੁਸੀਂ ਘਰਾਂ ਚੋਂ ਨਿਕਲਣਾ ਬੰਦ ਹੋ ਜਾਣਾ ਤੁਹਾਡਾ। ਸਮਝੇ? ਅਸੀਂ ਭਗਤ ਸਿੰਘ ਨੂੰ ਮਾੜਾ ਕਹਿੰਦੇ ਨਹੀਂ ਹੈਗੇ, ਪਰ ਜੋ ਸੱਚਾਈ ਆ ਉਹ ਤਾਂ ਸੱਚਾਈ ਆ, ਉਹ ਤੁਹਾਨੂੰ ਮੰਨਣੀ ਪਊਗੀ। ਉਹ ਅੱਜ ਮੰਨ ਲਓ ਚਾਹੇ ਕੱਲ੍ਹ ਮੰਨ ਲਓ, ਵਧੀਆ ਹੋ ਗਿਆ ਸਮਾਂ। ਮੈਂ ਤਾਂ ਕਹਿੰਦਾ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਉਹਨਾਂ ਨੇ ਆ 70-75 ਸਾਲਾਂ ਤੋਂ ਜਿਹੜਾ ਝੂਠ ਤੂਫਾਨ ਗੌਰਮੈਂਟਾਂ ਸਾਡੀਆਂ ਲੈ ਕੇ ਆ ਰਹੀਆਂ ਸੀ, ਜਨਤਾ ਦੇ ਵਿੱਚ ਫੈਲਾ ਰਹੀਆਂ ਸੀ, ਆਏ ਜੀ ਭਲਾ ਨਾ ਤੇ ਭਗਤ ਸਿੰਘ ਜੀ ਉਹ ਜਿੰਦਾਬਾਦ ਜੀ ਹੋ ਗਈ, ਕਾਫੀ ਕੁਛ ਨੰਗਾ ਹੋ ਗਿਆ ਇਹਦੇ ਨਾਲ। ਔਰ ਕਾਫੀ ਚਿਹਰੇ ਸਾਹਮਣੇ ਆ ਗਏ ਜਿਨ੍ਹਾਂ ਨੇ ਪੱਗਾਂ ਸਿਰ ਪਛਾਏ ਹੋਏ ਨੇ ਪੱਗਾਂ 'ਚ, ਉਹ ਬਹੁਤ ਸਾਹਮਣੇ ਆ ਗਏ ਨੇ ਹਫ਼ਤੇ ਦੇ ਵਿੱਚ ਸਮਝੇ। ਤੇ ਪੀਰ ਮੁਹੰਮਦ ਵਰਗੇ ਹੋਰ ਅਕਾਲੀ ਦਲ ਵਾਲੇ ਆਪ ਵਾਲੇ, ਹੁਣ ਆਪ ਵਾਲਿਆਂ ਨੂੰ ਮੈਂ ਪੁੱਛਦਾ, ਗੱਲ ਸੁਣੋ ਓਏ ਤੁਸੀਂ ਜਿਹੜੇ ਝਾੜੂ ਵਾਲੇ ਹੋ, ਤੇ ਮੈਂ ਤੁਹਾਨੂੰ ਤਾਂ ਮੰਨੂਗਾ ਤੁਸੀਂ ਕੋਈ ਵੀ ਬੰਦਾ, ਕੋਈ ਮੇਰੀ ਧੀ ਮੇਰਾ ਪੁੱਤ ਕੋਈ ਵੀ ITI ਪਾ ਲਓ, IT ਪਵਾ ਕੇ ਤੇ ਪੰਜਾਬ ਗੌਰਮੈਂਟ ਦੇ ਅਕਾਊਂਟ ਤੋਂ ਤੇ ਸੈਂਟਰ ਗੌਰਮੈਂਟ ਦੇ ਅਕਾਊਂਟ ਤੋਂ ਉਹ ਕਢਾ ਲਓ RTI। ਉਹਦੇ ਵਿੱਚ ਭਗਤ ਸਿੰਘ ਨੂੰ ਕੀ ਲਿਖਿਆ ਹੋਇਆ, ਕੱਲੀ ਸੈਂਟਰ ਗੌਰਮੈਂਟ ਨਹੀਂ ਪੰਜਾਬ ਗੌਰਮੈਂਟ ਦੀ ਵੀ ਕਢਾ ਲਓ। ਔਰ ਜਿਹੜੀਆਂ ਇਹ ਕਹਿੰਦੇ ਨੇ ਸਾਡਾ ਦਿੱਲੀ ਮਾਡਲ ਸਕੂਲ ਦੇ ਵਿੱਚ ਜਿਹੜੀਆਂ ਕਿਤਾਬਾਂ ਪੜ੍ਹਾਈਆਂ ਜਾਂਦੀਆਂ ਨੇ ਇਸ ਟਾਈਮ ਮੌਜੂਦਾ, ਤੁਸੀਂ ਜਾ ਕੇ ਪੜ੍ਹ ਸਕਦੇ ਹੋ, ਅੱਖੀਂ ਦੇਖ ਸਕਦੇ ਹੋ, ਉਹਦੇ ਵਿੱਚ ਭਗਤ ਸਿੰਘ ਨੂੰ ਅੱਤਵਾਦੀ ਲਿਖਿਆ ਹੋਇਆ ਹੈ। ਗੱਲਾਂ ਤੁਸੀਂ ਕਰਦੇ ਹੋ ਵੱਡੀਆਂ ਹੈਂ, ਜਿਹੜੇ ਬੰਦੇ ਅੱਖੀਂ ਦੇਖੀ ਗੱਲ ਦੱਸ ਰਹੇ ਨੇ, ਅੱਖੀਂ ਦੇਖੀ, ਜਿਹੜੀ ਅਸੀਂ ਆਪ ਇਹਨਾਂ ਕੰਨਾਂ ਨਾਲ ਸੁਣੀ ਆ, ਇਹਨਾਂ ਅੱਖਾਂ ਨਾਲ ਦੇਖੀ ਆ। ਉਹ ਲੈਕਚਰ ਮੈਂ ਸੁਣਿਆ ਖੁਦ ਅੰਮ੍ਰਿਤਸਰ ਦੇ ਵਿੱਚ ਸੰਨ 82 ਦੇ ਵਿੱਚ ਸਰਦਾਰ ਕਪੂਰ ਸਿੰਘ ਤੋਂ, ਜਦੋਂ ਇਹ ਕਾਮਰੇਡ ਵੱਡੀਆਂ ਗੱਲਾਂ ਕਰਦੇ ਸੀ, ਵੱਡੇ ਮੰਚ ਸਜਾਏ ਹੋਏ ਸੀ, ਉੱਥੇ ਸਰਦਾਰ ਕਪੂਰ ਸਿੰਘ ਪਹੁੰਚ ਗਏ, ਕੁਦਰਤੀ ਮੰਚ ਸੀਗਾ ਕਾਮਰੇਡਾਂ ਦਾ। ਆਹ ਗੱਲ ਸੁਣਨ ਵਾਲੀ ਆ ਬੱਚਿਓ, ਉੱਥੇ ਕੁਦਰਤੀ ਸਰਦਾਰ ਕਪੂਰ ਸਿੰਘ। ਹੁਣ ਸਰਦਾਰ ਕਪੂਰ ਸਿੰਘ ਇੱਕ ਬਹੁਤ ਮੰਨੀ ਪ੍ਰਵੰਨੀ ਸ਼ਖਸੀਅਤ ਸੀਗੇ, ਬਹੁਤ ਮੰਨੀ ਪ੍ਰਵੰਨੀ, ਔਰ ਉਹਨਾਂ ਨੂੰ ਨਾ ਬੁਲਾਉਣਾ ਮੰਚ ਤੋਂ ਤਾਂ ਸਵਾਲ ਹੀ ਨਹੀਂ ਪੈਦਾ ਹੋ ਸਕਦਾ। ਤੇ ਇਹਨਾਂ ਨੂੰ ਲਾਲ ਲੀਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਹੁਣ ਕਰੀਏ ਤਾਂ ਕਰੀਏ ਕੀ। ਤੇ ਵੈਸੀ ਤਾਂ ਹੁਣ ਤੱਕ ਜਿੰਨੀਆਂ ਸਪੀਚਾਂ ਸਾਰੀਆਂ ਲਾਲ ਲੀਰਾਂ ਹੀ ਸੀਗੀਆਂ, ਉਹ ਤਾਂ ਪੁਲ ਬੰਨੀ ਜਾਂਦੀਆਂ ਸੀਗੀਆਂ ਵੀ ਇਹਨੇ ਸੱਚ ਬੋਲ ਦੇਣਾ। ਤੇ ਉਹਨਾਂ ਦੀ ਮਜਬੂਰੀ ਬਣ ਗਈ, ਉਹਨਾਂ ਨੂੰ ਸਟੇਜ ਤੋਂ ਬੁਲਾਉਣਾ ਪੈ ਗਿਆ। ਉਹਨਾਂ ਨੇ ਅਨਾਉਂਸ ਕਰਤਾ ਕਿ ਸਰਦਾਰ ਕਪੂਰ ਸਿੰਘ ਜੀ ਤੁਸੀਂ ਆ ਕੇ ਬੋਲੋ 2 ਸ਼ਬਦ। ਉਹਨਾਂ ਨੇ ਫਿਰ ਜੋ ਦੱਸਿਆ ਉਹ ਤੁਸੀਂ ਸ਼ਾਇਦ ਸਾਰਿਆਂ ਨੇ ਸੁਣਿਆ ਹੀ ਹੋਵੇ, ਲੇਕਿਨ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਦਾ। ਉਹਨਾਂ ਨੇ ਉਹ ਮੰਚ ਦੇ ਵਿੱਚੋਂ ਸਾਰੀ ਗੱਲਬਾਤ ਸਪਸ਼ਟ ਕੀਤੀ। ਉਹ ਕਹਿੰਦਾ ਭਗਤ ਸਿੰਘ ਨੂੰ ਫਾਂਸੀ ਲੱਗਦੇ ਨੂੰ ਮੈਂ ਆਪਣੇ ਅੱਖੀਂ ਦੇਖਿਆ, ਸਰਦਾਰ ਕਪੂਰ ਸਿੰਘ ਕਹਿੰਦੇ, ਕਿਉਂਕਿ ਸਰਦਾਰ ਕਪੂਰ ਸਿੰਘ ਜਦੋਂ ਭਗਤ ਸਿੰਘ ਨੂੰ ਫਾਂਸੀ ਲੱਗੀ ਆ ਉਦੋਂ ਨੌਜਵਾਨ ਸੀ, ਕੋਈ ਕਾਲਜ ਦੇ ਵਿੱਚ ਕਿ ਸਕੂਲ ਦੇ ਵਿੱਚ ਪੜ੍ਹਦੇ ਸੀ। ਜਿਹੜਾ ਜੇਲਰ ਸੀਗਾ ਜਿਹਨੇ ਫਾਂਸੀ ਦੇਣੀ ਸੀ, ਉਹਦੇ ਮੁੰਡੇ ਦਾ ਖਾਸ ਕਲਾਸ ਫੈਲੋ ਦੋਸਤ ਸੀ ਸਰਦਾਰ ਕਪੂਰ ਸਿੰਘ। ਤੇ ਉਹਦੇ ਮੁੰਡੇ ਨੂੰ ਉਹਨੇ ਕਿਹਾ ਕਿ ਮੈਂ ਕੋਈ ਬੰਦਾ ਫਾਂਸੀ ਲੱਗਦਾ ਨਹੀਂ ਦੇਖਿਆ, ਜੇ ਕਿਤੇ ਕੋਈ ਫਾਂਸੀ ਵਾਲਾ ਕੇਸ ਆਵੇ ਤਾਂ ਮੈਨੂੰ ਦੱਸੀ। ਉਹਦਾ ਮੁੰਡਾ ਕਹਿੰਦਾ ਅੱਜ 3 ਬੰਦਿਆਂ ਨੂੰ ਫਾਂਸੀ ਲੱਗਣੀ ਆ, ਮੈਂ ਆਪਣੇ ਡੈਡੀ ਨੂੰ ਕਹਿ ਕੇ ਤੇ ਪਰਮਿਸ਼ਨ ਲੈ ਲੈਣਾ, ਚਲੋ ਚੱਲੀਏ। ਸਰਦਾਰ ਕਪੂਰ ਸਿੰਘ ਨੇ ਆਪਣੇ ਅੱਖੀਂ ਦੇਖਿਆ ਭਗਤ ਸਿੰਘ ਨੂੰ ਫਾਂਸੀ ਲੱਗਦੇ ਨੂੰ। ਤੇ ਰਾਜਗੁਰੂ ਦੀ ਤੇ ਸੁਖਦੇਵ ਦੀ ਵੀ ਹਾਲਤ ਬਹੁਤ ਮਾੜੀ ਸੀ ਉਹਦੇ ਅੱਖੀਂ ਦੇਖਣ ਮੁਤਾਬਕ। ਲੇਕਿਨ ਜਿਹੜਾ ਭਗਤ ਸਿੰਘ ਸੀ ਉਹਦੇ ਬਾਰੇ ਤਾਂ ਅੰਗਰੇਜ਼ਾਂ ਨੂੰ ਪਹਿਲਾਂ ਹੀ ਪਤਾ ਸੀ ਵੀ ਕਿੰਨੀ ਕਰਨੀ ਦਾ ਮਾਲਕ ਆ ਉਹ, ਸਮਝੇ। ਇਸ ਕਰਕੇ ਅੰਗਰੇਜ਼ਾਂ ਨੇ ਪਹਿਲਾਂ ਹੀ ਪ੍ਰਬੰਧ ਕਰਕੇ ਰੱਖਿਆ ਹੋਇਆ ਸੀ ਉਹਦਾ, ਕਿਉਂਕਿ ਅੰਗਰੇਜ਼ਾਂ ਨੂੰ ਪਹਿਲਾਂ ਪਤਾ ਸੀ, ਕਿਉਂਕਿ ਉਹਨੇ ਪਹਿਲਾਂ ਤੋਂ ਲੈ ਕੇ ਉਹਨਾਂ ਨੂੰ ਪਤਾ ਸੀ ਵੀ ਕਿੰਨੀ ਕੁ ਔਕਾਤ ਦਾ ਮਾਲਕ ਆ ਇਹ। ਉਹਨੇ 4 ਡਾਂਗਾਂ ਨਹੀਂ ਸੀ ਝੱਲੀਆਂ, ਆਪਣੇ ਨਾਲ ਦੇ ਸਾਰੇ ਸਾਥੀ ਫੜਾਤੇ ਸੀ। ਇਸ ਕਰਕੇ ਅੰਗਰੇਜ਼ਾਂ ਨੂੰ ਪਤਾ ਸੀ ਕਿ ਫਾਂਸੀ ਦੇ ਮੌਕੇ ਨੂੰ ਇਹ ਗੜਬੜ ਕਰੂਗਾ ਹੀ ਕਰੂਗਾ। ਤੇ ਫਾਂਸੀ ਤੋਂ 2 ਮੀਟਰ ਪਿੱਛੇ ਆ ਕੇ ਜਦੋਂ ਦੇਖਿਆ ਵੀ ਫਾਂਸੀ ਦਾ ਸਾਹਮਣੇ ਰੱਛਾ ਏਦਾਂ ਲਮਕ ਰਿਹਾ ਤੇ ਉੱਥੇ ਦੌਰਾ ਪੈ ਕੇ ਡਿੱਗ ਪਿਆ ਜੋੜਾ ਭਗਤ ਸਿੰਘ। ਤੇ ਮੁੜ ਕੇ ਜੇਲਰ ਨੇ ਇਸ਼ਾਰਾ ਕੀਤਾ ਹੌਲਦਾਰ ਨੂੰ, ਹੌਲਦਾਰ ਨੇ ਚਾਹ ਕੇ ਭਰੀ ਵੀ ਠੰਡੇ ਪਾਣੀ ਦੀ ਬਾਲਟੀ ਉਹਦੇ ਸਿਰ 'ਚ ਪਾਈ, 6-7 ਚਪੇੜਾਂ ਛੱਡੀਆਂ
ਭਗਤ ਸਿੰਘ ਦੇ ਫਿਰ ਭਗਤ ਸਿੰਘ ਨੂੰ ਹੋਸ਼ ਆਈ, ਉਹਨੂੰ ਉਸੇ ਟਾਈਮ ਜਦੋਂ ਉਹਨੂੰ ਹੋਸ਼ ਆਈ, ਕਿਉਂਕਿ ਬੇਹੋਸ਼ ਨੂੰ ਫਾਂਸੀ ਨਹੀਂ ਦੇ ਸਕਦੇ, ਜਦੋਂ ਉਹਨੂੰ ਜਿਉਂ ਹੀ ਹੋਸ਼ ਆਈ ਉਹਨੇ ਇੱਦਾਂ ਸਿਰ ਹਿਲਾਇਆ, ਉਹਨਾਂ ਨੇ ਚੱਕ ਕੇ ਲਟਕਾਤਾ ਉੱਥੇ ਫਾਂਸੀ ਤੇ। ਆਏ ਹੋਈ ਸੀ ਫਾਂਸੀ ਜਿਹੜੀ ਤੁਸੀਂ ਕਹੀ ਜਾਂਦੇ ਹੋ ਜਿੰਦਾਬਾਦ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦੇ ਹੋ, ਸ਼ਹੀਦ ਹੋ ਗਏ। ਤੇ ਹੁਣ ਤੁਹਾਨੂੰ ਦੱਸਦਾ ਸਾਡੇ ਸ਼ਹੀਦ ਜਿਹੜੇ ਸਾਡੇ ਸ਼ਹੀਦ ਜਿਨ੍ਹਾਂ ਨੂੰ ਅਸੀਂ ਸ਼ਹੀਦ ਕਹਿੰਦੇ ਆ, ਸ਼ਹੀਦ ਮੰਨਣਾ ਹਰ ਬੰਦੇ ਦਾ ਅਲੱਗ ਅਲੱਗ ਆ। ਹੁਣ ਕਈ ਬੰਦੇ 1857 ਦੇ ਵਿੱਚ ਜਿਹੜਾ ਗਦਰ ਹੋਇਆ ਸੀਗਾ, ਉਹ ਗਦਰ ਨੂੰ ਜਿਹੜੇ ਨੇ ਉਹ ਗਦਰ ਜਿਹੜਾ ਮਚਿਆ ਸੀ, ਉਹ ਗਦਰੀਆਂ ਨੂੰ ਸ਼ਹੀਦ ਮੰਨੀ ਜਾਂਦੇ ਨੇ। ਸਾਡੇ ਪੰਜਾਬ ਵਾਲੇ ਉਹਨੂੰ ਨਹੀਂ ਮੰਨਦੇ। ਹੁਣ ਕਈ ਬੰਦੇ KPS ਗਿੱਲ ਨੂੰ, ਬਰਾੜ ਨੂੰ, ਇੰਦਰਾ ਗਾਂਧੀ ਨੂੰ, ਬੇਅੰਤੇ ਬੁੱਚੜ ਨੂੰ ਸ਼ਹੀਦ ਮੰਨੀ ਜਾਂਦੇ ਨੇ, ਅਸੀਂ ਉਸ ਨੂੰ ਸ਼ਹੀਦ ਨਹੀਂ ਮੰਨਦੇ। ਸਮਝੇ? ਇੱਦਾਂ ਹੀ ਇਹ ਸਟੋਰੀਆਂ ਨੇ ਸਾਰੀਆਂ। ਤੇ ਹੁਣ ਜਦੋਂ ਇਹਨਾਂ ਨੇ ਉਹ ਗਦਰ ਦੇ ਵਿੱਚ ਜਿਹੜਾ ਹੋਇਆ ਸੀਗਾ 1857 ਦੇ, ਉਹਦੇ ਵਿੱਚ ਹੁਣ ਬਹੁਤ ਯੂਪੀ ਬਿਹਾਰ ਵੱਲ ਉਹ ਦਿਨ ਵੀ ਮਨਾਉਂਦੇ ਨੇ, ਉਹ ਸ਼ਹੀਦ ਵੀ ਮੰਨਦੇ ਨੇ, ਲੇਕਿਨ ਸਾਡੇ ਪੰਜਾਬ ਵਾਲੇ ਨਹੀਂ ਮੰਨਦੇ ਉਹਨੂੰ, ਕਿਉਂਕਿ ਉਹਦੇ ਉਹ ਲੋਕ ਸੀਗੇ ਜਿਨ੍ਹਾਂ ਨੇ ਉਹ ਸੰਘਰਸ਼ ਕੀਤਾ ਸੀ, ਉਹ ਲੋਕ ਸੀ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖੇਰੂ ਕੀਤਾ ਸੀ। ਉਹ ਲੋਕ ਸੀ ਉਸ ਗਦਰ ਦੇ ਵਿੱਚ। ਇਸ ਕਰਕੇ ਉਸ ਵਜ੍ਹਾ ਕਰਕੇ ਅਸੀਂ ਉਸ ਜਿਹੜਾ ਗਦਰ ਮੱਚਿਆ ਸੀ ਉਹਨੂੰ ਅਸੀਂ ਉਹਨਾਂ ਗਦਰੀਆਂ ਨੂੰ ਸ਼ਹੀਦ ਨਹੀਂ ਮੰਨਦੇ। ਸਾਡੇ ਸ਼ਹੀਦ ਸੀਗੇ ਗਦਰੀ ਬਾਬੇ, ਸਾਡੇ ਸ਼ਹੀਦ ਸੀਗੇ ਸਰਦਾਰ ਕਰਤਾਰ ਸਿੰਘ ਸਰਾਭਾ, ਸਾਡੇ ਸ਼ਹੀਦ ਸੀਗੇ ਜਿਹੜੇ ਸਰਦਾਰ ਊਧਮ ਸਿੰਘ। ਇਹ ਸੀਗੇ ਸ਼ਹੀਦ ਜਿਹੜੇ ਸਿੱਕੀ ਸਪੈਟ ਨਾਲ ਚੱਲਦੇ ਸੀ, ਲੇਕਿਨ ਉਹਨਾਂ ਨੂੰ ਦੱਬਿਆ ਗਿਆ। ਕਿਉਂ ਦੱਬਿਆ ਗਿਆ? ਕਿਉਂਕਿ ਸਿੱਖੀ ਨੂੰ ਦਬਾਉਣਾ ਸੀ ਇਹਨਾਂ ਨੇ, ਸਿੱਖੀ ਨੇਚਰ ਨੂੰ ਇਹਨਾਂ ਨੇ ਸਾਹਮਣੇ ਨਹੀਂ ਸੀ ਆਉਣ ਦੇਣਾ। ਤੇ ਉਹ ਰਾਸ਼ਟਰਵਾਦੀ ਸੀ, ਆਰੀਆ ਸਮਾਜੀ ਸੀ, ਇਸ ਕਰਕੇ ਉਹ ਗੌਰਮੈਂਟ ਦੇ ਹੱਕ 'ਚ ਭੁਗਤਦਾ ਸੀ। ਉਹ ਇੱਕ ਭਾਸ਼ਾ, ਇੱਕ ਬੋਲੀ, ਇੱਕ ਦੇਸ਼, ਇੱਕ ਸਾਰਾ ਕੁਝ ਜੋ ਹੁਣ ਚੱਲ ਰਿਹਾ। ਭਗਤ ਸਿੰਘ ਉਸ ਕਰਨੀ ਦਾ ਮਾਲਕ ਸੀ, ਇਸ ਕਰਕੇ ਉਹਨੂੰ ਉਭਾਰਿਆ ਗਿਆ, ਤਾਂ ਚੱਕਿਆ ਗਿਆ। ਤੇ ਜਿਹੜੇ ਇਹ ਲੋਕ ਸੀਗੇ ਇਹ ਸਿੱਕੀ ਸਪੈਟ ਵਾਲੇ ਸੀ। ਇਹਨਾਂ ਨੇ ਜਦੋਂ ਉਹਨੇ ਜੱਜ ਨੇ ਪੁੱਛਿਆ, ਇਹਨਾਂ ਨੇ ਠੋਕ ਕੇ ਜਵਾਬ ਦਿੱਤੇ ਜੱਜ ਨੂੰ। ਜੱਜ ਕਹਿੰਦਾ ਸੀ ਕਿਉਂਕਿ ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਹੋਇਆ ਇਹਨਾਂ ਸ਼ਹੀਦਾਂ ਦੇ ਵਿੱਚ। ਤੇ ਕਰਤਾਰ ਸਿੰਘ ਸਰਾਭੇ ਨੂੰ ਜੱਜ ਨੇ ਆਫਰ ਦਿੱਤਾ ਸੀ ਵੀ ਤੂੰ ਮਾਫੀ ਮੰਗ ਲਾ, ਵੀ ਮੇਰੇ ਤੋਂ ਗਲਤੀ ਹੋ ਗਈ, ਮੈਂ ਤੇਰੀ ਸਜ਼ਾ ਮਾਫ ਵੀ ਕਰ ਸਕਦਾ ਔਰ ਮੈਂ ਘੱਟ ਵੀ ਕਰ ਸਕਦਾ। ਲੇਕਿਨ ਉਹਨੇ ਠੋਕ ਕੇ ਕਿਹਾ ਸੀ, ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਜੋ ਕੀਤਾ ਹਿੱਕ ਠੋਕ ਕੇ ਕੀਤਾ। ਹਾਲਾਂਕਿ 17 ਸਾਲ ਦਾ ਸੀ ਮੁੰਡਾ ਉਹ। ਇਹ ਸਰਦਾਰ ਭਗਤ ਸਿੰਘ ਤਾਂ ਫਿਰ ਵੀ 23 ਸਾਲ ਦਾ ਸੀ। ਉਹ ਨੇ ਸਾਡੇ ਸ਼ਹੀਦ ਜਿਨ੍ਹਾਂ ਦੀਆਂ ਕਵਿਤਾਵਾਂ ਦੇ ਵਿੱਚ ਇਹਨਾਂ ਨੇ ਹੇਰਾ ਫੇਰੀ ਕੀਤੀ, ਜਿਹੜੀਆਂ ਅਸਲੀ ਕਵਿਤਾਵਾਂ ਨੇ। ਕਦੇ ਪੜ੍ਹਿਓ ਤੁਸੀਂ ਸਰਦਾਰ ਕਰਤਾਰ ਸਿੰਘ ਸਰਾਭਾ ਦੀਆਂ, ਸਿੱਧਾ ਉਹ ਗੁਰੂ ਗੋਬਿੰਦ ਸਿੰਘ ਨੂੰ ਐਦਾਂ ਸਾਫ਼ ਸ਼ਬਦਾਂ ਦੇ ਵਿੱਚ ਕਹਿ ਰਿਹਾ ਆਪਣੀਆਂ ਕਵਿਤਾਵਾਂ ਦੇ ਵਿੱਚ। ਔਰ ਦੂਸਰੀ ਗੱਲ ਇੱਕ ਹੋਰ ਵੀ ਆ, ਇਹ ਜਿਹੜਾ ਇਨਕਲਾਬ ਵਾਲਾ ਨਾਰਾ ਲਾਉਂਦੇ ਨੇ ਉਹ ਵੀ ਮੁਕੰਮਲ ਨਹੀਂ ਲਾਉਂਦੇ। ਹਾਲਾਂਕਿ ਜਿਹੜਾ ਇਹ ਸੀਗਾ ਭਗਤ ਸਿੰਘ, ਉਹ ਕਹਿੰਦਾ ਸੀਗਾ ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਇਹ ਸਾਮਰਾਜਵਾਦ ਮੁਰਦਾਬਾਦ ਫਿਰ ਵੀ ਨਹੀਂ ਕਹਿੰਦੇ, ਇਹ ਉਹਦੇ 'ਚ ਵੀ ਅੱਧੇ ਨੇ। ਇਹ ਕਿਸੇ ਪਾਸੋਂ ਵੀ ਸਹੀ ਨਹੀਂ, ਕਿਸੇ ਪਾਸੋਂ ਤਾਂ ਹੁਣ ਨਾ ਇੱਕ ਸਾਈਡ ਤਾਂ ਹੋਵੇ ਨਾ ਇਹਨਾਂ ਦੀ ਸਹੀ, ਕੋਈ ਵੀ ਨਹੀਂ ਹੈ। ਸਾਰੀਆਂ ਸਾਈਡਾਂ ਖਤਮ ਨੇ। ਜਿਹੜਾ ਇਹ ਕਹਿੰਦੇ ਨੇ ਕਿ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿਆ, ਜਿਹੜਾ ਲਾਲਾ ਲਾਜਪਤ ਰਾਏ ਸੀ ਉਹ ਆਰੀਆ ਸਮਾਜੀ ਸੀ। ਕਦੇ ਪੜ੍ਹ ਕੇ ਦੇਖਿਓ ਸਿੰਘੋ, ਮੇਰੇ ਪੁੱਤਰ ਧੀਆਂ ਜਿੰਨੇ ਤੁਸੀਂ ਦੇਖਦੇ ਹੋ, ਤੁਸੀਂ ਪੜ੍ਹ ਕੇ ਦੇਖਿਓ। ਸਾਈਮਨ ਕਮਿਸ਼ਨ ਦੀ ਰਿਪੋਰਟ ਮਿਲ ਜਾਂਦੀ ਆ ਬਾਜ਼ਾਰ 'ਚੋਂ, ਲੈ ਲਿਓ, ਪੜ੍ਹ ਲਿਓ। ਸਾਈਮਨ ਕਮਿਸ਼ਨ ਜਿਹੜਾ ਆਇਆ ਸੀ ਇੰਡੀਆ ਦੇ ਵਿੱਚ, ਸਾਈਮਨ ਕਮਿਸ਼ਨ ਬਹੁਤ ਹੀ ਚੰਗਾ ਕਮਿਸ਼ਨ ਸੀ ਸਾਡੇ ਵਾਸਤੇ। ਸਾਡੇ ਦਲਿਤ ਭਰਾ ਜਿਹੜੇ ਨੇ, ਅਸੀਂ ਤਾਂ ਕਿਸੇ ਨੂੰ ਦਲਿਤ ਮੰਨਦੇ ਨਹੀਂ, ਅਸੀਂ ਤਾਂ ਸਾਡੇ ਭਰਾ ਮੰਨਦੇ ਆ, ਚਾਹੇ ਕੋਈ ਮਜ਼੍ਹਬੀ ਸਿੰਘ ਹੋਵੇ, ਚਾਹੇ ਕੋਈ ਰਵਿਦਾਸੀਆ ਸਿੰਘ ਹੋਵੇ, ਚਾਹੇ ਕੋਈ ਮਹਿਰਾ ਸਿੰਘ ਹੋਵੇ, ਚਾਹੇ ਕੋਈ ਵੀ ਸਿੰਘ ਹੋਵੇ, ਸਾਡੇ ਭਰਾ ਨੇ, ਅਸੀਂ ਤਾਂ ਭਰਾ ਮੰਨਦੇ ਆ। ਪਰ ਚਲੋ ਦੁਨੀਆਦਾਰੀ 'ਚ ਜੋ ਤੁਸੀਂ ਕਹਿੰਦੇ ਹੋ, ਉਹਨਾਂ ਵਾਸਤੇ ਉਹ ਸਾਈਮਨ ਕਮਿਸ਼ਨ ਸੀ ਜਿਹੜਾ, ਉਹ ਇਹਨਾਂ ਦੀ ਸੁਤੰਤਰਤਾ ਲੈ ਕੇ ਆਇਆ ਸੀ ਕਿ ਇਹਨਾਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਆ, ਕਿਉਂਕਿ ਇਹ
ਗਲ 'ਚ ਆਪਣੇ ਇਦਾਂ ਇੱਕ ਗਮਲਾ ਜਿਹਾ ਲੈ ਕੇ ਤੇ ਪਿੱਛੇ ਝਾੜੂ ਲੈ ਕੇ ਤੁਰਦੇ ਸੀਗੇ। ਇਹਨਾਂ ਨੂੰ ਇਜਾਜ਼ਤ ਨਹੀਂ ਸੀ। ਉਹ ਸਾਈਮਨ ਕਮਿਸ਼ਨ ਲੈ ਕੇ ਆਇਆ ਸੀ ਵੀ ਸਾਰੇ ਬੰਦਿਆਂ ਨੂੰ ਬਰਾਬਰ ਦਾ ਹੱਕ ਦਿਓ। ਜਿਹਦਾ ਵਿਰੋਧ ਇਹਨੇ ਕੀਤਾ ਸੀਗਾ ਲਾਲੇ ਨੇ, ਕਿਉਂਕਿ ਲਾਲੇ ਉਹੀ RSS ਦੀ ਬਿਰਤੀ ਵਾਲੇ ਆ ਨਾ। ਉਹ ਸਾਈਮਨ ਕਮਿਸ਼ਨ ਪੜ੍ਹ ਕੇ ਦੇਖਿਓ ਤੁਸੀਂ ਕਿ ਕੀ ਕਹਿੰਦਾ ਸਾਈਮਨ ਕਮਿਸ਼ਨ। ਤੇ ਇਹਦਾ ਵਿਰੋਧ ਲਾਲੇ ਨੇ ਕੀਤਾ ਔਰ ਲਾਲੇ ਦੇ ਹੱਥ ਛਤਰੀ ਸੀ। ਤੇ ਛਤਰੀ ਚੱਕਣ ਵਾਲਾ ਜਿਹੜਾ ਧੁੱਪ ਤੋਂ ਡਰਨ ਵਾਲਾ ਜਾਂ ਬਾਰਿਸ਼ ਤੋਂ ਡਰਨ ਵਾਲਾ ਲਾਲਾ, ਤੁਹਾਡਾ ਕੀ ਖਿਆਲ ਆ ਡਾਂਗਾ ਖਾਊਗਾ? ਕਿਸੇ ਡਾਂਗ ਵੱਜਣ ਨਾਲ ਲਾਲੇ ਦੀ ਮੌਤ ਨਹੀਂ ਹੋਈ। ਲਾਲੇ ਦੀ ਮੌਤ ਉਸ ਸੰਘਰਸ਼ ਤੋਂ ਜਿਹੜਾ ਇਹਨਾਂ ਨੇ ਪਲੇਟਫਾਰਮ ਤੇ ਉੱਥੇ ਕੀਤਾ ਸੀਗਾ ਨਾ ਰੇਲਵੇ ਸਟੇਸ਼ਨ ਤੇ, ਉਦੋਂ 1 ਮਹੀਨੇ ਬਾਅਦ ਹੋਈ ਆ। ਉਹ 1 ਮਹੀਨੇ ਦੇ ਵਿੱਚ 3 ਕਾਨਫਰੰਸਾਂ ਵੀ ਕੀਤੀਆਂ ਨੇ ਲਾਲਾ ਲਾਜਪਤ ਰਾਏ ਨੇ ਨਿਊ ਦਿੱਲੀ ਦੇ ਵਿੱਚ। ਉਹ ਜਿਹੜਾ ਪਲੇਟਫਾਰਮ ਤੇ ਇਹਨਾਂ ਨੇ ਘਰਾਓ ਕੀਤਾ ਸੀ ਸਾਈਮਨ ਕਮਿਸ਼ਨ ਦਾ, ਉਦੋਂ 1 ਮਹੀਨੇ ਬਾਅਦ ਜਾ ਕੇ ਮਰਿਆ ਦਿਲ ਦਾ ਦੌਰਾ ਪੈਣ ਕਾਰਨ। ਹੁਣ ਵੀ ਤੁਸੀਂ ਉਹਦੀ ਰਿਪੋਰਟ ਕਢਾ ਸਕਦੇ ਹੋ, RTI ਪਾ ਲਓ ਤੇ ਉਹਦੀ ਰਿਪੋਰਟ ਕਢਾ ਲਓ। ਸਾਈਮਨ ਕਮਿਸ਼ਨ ਦੀ ਜਿਹੜੀ ਮੈਡੀਕਲ ਰਿਪੋਰਟ ਆ ਉਹਦੇ ਵਿੱਚ ਤੁਸੀਂ ਦੇਖ ਲਓ ਕੀ ਲਿਖਿਆ ਹੋਇਆ ਡੈਥ ਦਾ ਕਾਰਨ। ਉਹਦੇ ਵਿੱਚ ਲਿਖਿਆ ਹੋਇਆ ਕਿ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਆ। ਤੇ ਕੋਈ ਉਹਨੇ ਉਹਦਾ ਬਦਲਾ ਨਹੀਂ ਲਿਆ। ਉਹ ਤਾਂ ਸਿਰਫ ਇਹ ਸੀ ਕਿ ਭਗਤ ਸਿੰਘ ਨੂੰ ਜਾਣਦਾ ਕੋਈ ਨਹੀਂ ਸੀ। ਉਹ ਆਪਣੀ ਇੱਕ ਜਵਾਨੀ ਦੇ ਵਿੱਚ ਸੀਗਾ। ਉਹ ਆਪਣੀ ਇੱਕ ਇਹ ਚਾਹੁੰਦਾ ਸੀ ਕਿ ਮੈਨੂੰ ਦੁਨੀਆ ਜਾਣੇ। ਉਹਨੇ ਉਹ ਕੰਮ ਕੀਤੇ। ਤੇ ਜੇ ਕਿਸੇ ਨੂੰ ਕੋਈ ਭੁਲੇਖਾ ਹੈਗਾ ਤਾਂ ਕੋਈ ਵੀ ਬੰਦਾ, ਕੋਈ ਵੀ ਲਾਲ ਲੀਰ ਜਾਂ ਕੋਈ ਵੀ, ਮੈਂ ਚੈਲੰਜ ਕਰਦਾ ਕਿਸੇ ਵੀ ਪਬਲਿਕ ਪਲੇਟਫਾਰਮ ਤੇ ਕਿਸੇ ਵੀ ਛੋਟੇ ਤੋਂ ਲੈ ਕੇ ਵੱਡੇ ਚੈਨਲ ਤੇ ਮੇਰੇ ਨਾਲ ਆ ਜਾਏ। 2 ਘੰਟੇ ਦੀ ਡਿਬੇਟ ਹੋ ਜਾਏ ਚਾਹੇ ਘੰਟੇ ਦੀ ਡਿਬੇਟ ਹੋ ਜਾਏ, ਵਿਦ ਪ੍ਰੂਫ ਗੱਲ ਕਰੂੰਗਾ, ਵਿਦ ਐਵੀਡੈਂਸ ਗੱਲ ਕਰੂੰਗਾ, ਦਿਖਾ ਕੇ ਪੜ੍ਹਾ ਕੇ ਗੱਲ ਕਰੂੰਗਾ। ਗੌਰਮੈਂਟ ਦੇ ਸਾਰੇ ਡਾਕੂਮੈਂਟ ਹੋਣਗੇ, ਆਪਣੇ ਕੋਲੋਂ ਲਿਖਿਆ ਹੋਇਆ ਕੋਈ ਨਹੀਂ ਹੋਏਗਾ। ਸਾਰੇ ਗੌਰਮੈਂਟ ਦੇ ਤੱਥ ਹੋਣਗੇ, ਸਾਰੇ ਸੈਂਟਰ ਗੌਰਮੈਂਟ ਦੇ, ਇੰਗਲੈਂਡ ਗੌਰਮੈਂਟ ਦੇ ਤੇ ਇੰਡੀਆ ਗੌਰਮੈਂਟ ਦੇ ਸਾਰੇ ਤੱਥ ਪੇਸ਼ ਕਰਕੇ ਪੜ੍ਹਾ ਕੇ ਫਿਰ ਉਹਨਾਂ ਤੋਂ ਹਾਂ ਕਹਾਉਂਗਾ ਕਿ ਹਾਂ ਵਾਕਈ ਸੱਚ ਆ ਇਹ। ਤੇ ਦੂਸਰੀ ਗੱਲ ਇਹ ਤਾਂ ਹੈਗੀ ਭਗਤ ਸਿੰਘ ਵਾਲੀ। ਦੂਸਰੀ ਜਿਹੜੀ ਗੱਲ ਆ ਸਿੰਘੋ, ਦੂਸਰੀ ਗੱਲ ਬੱਚਿਓ ਇਹ ਆ ਕਿ ਅਸਲੀਅਤ ਕੁਝ ਹੋਰ ਆ ਇਹਦੇ ਪਿੱਛੇ ਛੁਪੀ ਹੋਈ, ਜਿਹੜੀ ਮੈਂ ਕੱਲ ਗੱਲ ਤੁਹਾਡੇ ਨਾਲ ਕਰਦਾ ਸੀਗਾ। ਇਹਦੇ ਵਿੱਚ ਅਸਲੀਅਤ ਕੁਝ ਹੋਰ ਛੁਪੀ ਹੋਈ ਆ। ਇਹਦੇ ਵਿੱਚ ਕੋਈ ਸਿਮਰਨਜੀਤ ਸਿੰਘ ਮਾਨ ਦਾ ਰੌਲਾ ਨਹੀਂ, ਕੋਈ ਭਗਤ ਸਿੰਘ ਦਾ ਰੌਲਾ ਨਹੀਂ, ਕੋਈ ਹੋਰ ਰੌਲਾ ਨਹੀਂ, ਕੁਛ ਨਹੀਂ। ਇੱਕ ਕੋਈ ਉਹ ਨੀਨਾ ਨੂਨਾ ਸ਼ਰਮਾ ਕੋਈ ਕੁੜੀ ਜੀ ਉਹ ਕੱਲ ਭੌਂਕੀ ਜਾਂਦੀ ਸੀ, ਕਹਿੰਦੀ ਮੈਂ ਮਾਨ ਸਾਹਿਬ ਜੇ 20 ਦਿਨਾਂ 'ਚ ਆਏ ਆ ਮੈਂ ਕੇਸ ਕਰ ਦੂੰਗੀ, ਫਲਾਨਾ ਕਰ ਦੂੰਗੀ। ਬੀਬਾ ਮੈਂ ਤੈਨੂੰ ਦੱਸਾਂ ਕਿ ਇਹ ਜਿਹੜੀ ਵੀਡੀਓ ਸਭ ਤੋਂ ਪਹਿਲਾਂ ਚਲਾਈ ਆ, ਉਦੋਂ ਬਾਅਦ ਤਾਂ ਮਾਨ ਸਾਹਿਬ ਨੇ ਨਵਾਂ ਵੀ ਬਿਆਨ ਦਿੱਤਾ ਨਾ, ਲੇਕਿਨ ਜਿਹੜੀ ਸਭ ਤੋਂ ਪਹਿਲੀ ਵੀਡੀਓ ਚੱਲੀ ਆ ਹਫ਼ਤਾ ਪਹਿਲਾਂ, 10 ਦਿਨ ਪਹਿਲਾਂ ਜਿਹੜੀ ਸਭ ਤੋਂ ਪਹਿਲੀ ਵੀਡੀਓ ਚੱਲੀ ਆ, ਉਹ ਵੀਡੀਓ ਚੱਲੀ ਆ ਸਨ 2005 ਵਾਲੀ। ਕਿਉਂਕਿ 2005 ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਇਹ ਸ਼ਬਦ ਵਰਤੇ ਸੀ ਜਿਹੜੇ ਉਹਨੇ ਹੁਣ ਵਰਤੇ ਨੇ, ਔਰ ਉਸ ਸ਼ਬਦਾਂ ਦੇ ਨਾਲ ਉਹਦੇ ਤੇ ਉਹਨਾਂ ਤੇ ਕੇਸ ਵੀ ਹੋਇਆ ਸੀ ਔਰ ਕੇਸ 'ਚੋਂ ਬਾਇਜ਼ਤ ਬਰੀ ਹੋ ਕੇ ਆਏ ਸੀ, ਕਿਉਂਕਿ ਤੁਹਾਡੀਆਂ ਅਦਾਲਤਾਂ ਦੇ ਵਿੱਚ ਉਹਨੂੰ ਅੱਤਵਾਦੀ ਲਿਖਿਆ ਹੋਇਆ ਹੈ। 2013 ਦੇ ਵਿੱਚ ਸਰੇਆਮ ਬਾਇਜ਼ਤ ਬਰੀ ਹੋ ਕੇ ਆਏ ਸੀ। ਮਾਨ ਸਾਹਿਬ ਤੂੰ ਕਰਾ ਲਾ ਜਿਹੜਾ ਕੇਸ ਕਰਾਉਣਾ, 4 ਦਿਨ ਨਹੀਂ ਟਿਕਣਾ ਤੇਰਾ ਕੇਸ ਉੱਥੇ। ਤੇ ਮਾਨ ਸਾਹਿਬ ਨੇ ਜਿੰਦਾਬਾਦ ਦੇ ਨਾਅਰੇ ਲਾਉਂਦੇ ਬਾਹਰ ਆਉਣਾ, ਸਮਝੇ। ਹੁਣ ਤੁਸੀਂ ਇਹ ਚਾਲ ਨੂੰ ਸਮਝੋ, ਇਹ ਚਾਲ ਕੀ ਆ? ਇਹ ਚਾਲ ਇਹ ਆ, ਵੈਸੇ ਤਾਂ ਤੁਸੀਂ ਜਾਣੀ ਜਾਣੋ, ਸਮਝਦਾਰ ਹੋ, ਪਰ ਸਾਡਾ ਫੇਰ ਵੀ ਤੁਹਾਨੂੰ ਥੋੜਾ ਬਹੁਤ ਜਿੰਨਾ ਕਸੀ ਜਾਣਦੇ ਆ, ਜਿੰਨੀ ਕਸੀ ਉਮਰ ਹੰਢਾਈ ਆ, ਜਿੰਨਾ ਕਸੀ ਦੇਖਿਆ ਅਸੀਂ, ਸਾਡਾ ਵੀ ਕੁਛ ਦੱਸਣਾ ਤੁਹਾਨੂੰ ਫਰਜ਼ ਬਣਦਾ। ਹੋ ਸਕਦਾ 2-4 ਤੁਹਾਡੇ ਵਿੱਚੋਂ ਇਹੋ ਜਿਹੇ ਹੋਣ ਜਿਹੜੇ ਨਾ ਜਾਣਦੇ ਹੋਣ ਇਹ ਗੱਲਾਂ ਨੂੰ, ਨਾ ਜੱਜ ਕਰਦੇ ਹੋਣ, ਨਾ ਸਮਝ ਆਉਂਦੀਆਂ ਹੋਣ। ਇਹ ਮੈਂ ਤੁਹਾਨੂੰ ਦੱਸ ਦਿੰਦਾ ਇਹਦਾ ਕਾਰਨ ਕੀ ਹੈ। ਇਹਦਾ ਕਾਰਨ ਇਹ ਆ ਕਿ ਮੱਤੇਵਾੜੇ ਦਾ ਰੌਲਾ ਪਿਆ। ਮੱਤੇਵਾੜੇ ਦੇ ਜੰਗਲ ਬਾਰੇ ਭਗਵੰਤ ਮਾਨ ਨੂੰ ਸਾਰਾ ਕੁਝ ਪਤਾ ਸੀ ਪਹਿਲਾਂ। ਭਗਵੰਤ ਮਾਨ ਕੋਈ ਅਸਮਾਨ ਤੋਂ ਉਤਰਿਆ ਹੋਇਆ ਫਰਿਸ਼ਤਾ ਨਹੀਂ ਹੈਗਾ, ਸਮਝੇ। ਭਗਵੰਤ ਮਾਨ ਪੰਜਾਬ ਦਾ ਹੀ ਰਹਿਣ ਵਾਲਾ। ਜਿਸ ਤਰ੍ਹਾਂ ਅਸੀਂ ਜਾਂ ਤੁਸੀਂ ਲੋਕ ਨੋਰਮਲ ਹੋ, ਕੱਲ ਨੂੰ ਤੁਸੀਂ MLA ਬਣ ਜਾਓ,
फर्ज करो जिन्ने तुसी देख रहे हो मेरे पुत्र धियां मेरे भैन भरा मेरे हाणी भरा ਜਿਹੜੇ देख रहे हो ਤੁਹਾਡੇ ਵਿੱਚੋਂ ਕੋਈ MLA ਬਣ ਜੇ ਕੱਲ ਨੂੰ ਕੀ ਤੁਹਾਡਾ DNA ਚੇਂਜ ਹੋ ਜਾਊਗਾ MLA ਬਣ ਕੇ ਕੀ ਤੁਸੀਂ ਪੰਜਾਬ ਦੇ ਮਸਲੇ ਭੁੱਲ ਜਾਓਗੇ MLA ਬਣ ਕੇ ਨਹੀਂ ਨਾ ਭਗਵੰਤ ਮਾਨ ਨੂੰ ਸਾਰਾ ਕੁਝ ਪਹਿਲਾਂ ਪਤਾ ਸੀ ਵੀ ਮੱਤੇਵਾੜੇ ਜੰਗਲ ਤੇ ਰੌਲਾ ਪੈਣਾ ਕਿਉਂਕਿ ਭਗਵੰਤ ਮਾਨ ਖੁਦ 3 ਸਾਲ ਪਹਿਲਾਂ ਉਸੇ ਮੱਤੇਵਾੜੇ ਜੰਗਲ ਦੇ ਵਿੱਚ ਆਪ ਧਰਨੇ ਤੇ ਬਹਿ ਚੁੱਕਿਆ ਸੀ ਉਹਨੂੰ ਪਤਾ ਸੀ ਵੀ ਰੌਲਾ ਪੈਣਾ ਇਹਨਾਂ ਨੇ ਜਾਣ ਬੁੱਝ ਕੇ ਉਹ ਪਾਰਲੀਮੈਂਟ ਦੇ ਵਿੱਚ ਮਤਾ ਲੈ ਕੇ ਆਂਦਾ ਕਿਉਂਕਿ ਇਹਨਾਂ ਨੇ 3-4 ਨਜਾਇਜ਼ ਕੰਮ ਕਰਨੇ ਸੀ ਤੇ ਉਹ ਰੌਲਾ ਪਿਆ ਤਾਂ ਦੂਸਰੇ ਦਿਨ ਇਹਨੇ ਵਾਪਸ ਲੈਣਾ ਹੀ ਸੀ ਆਲਰੇਡੀ ਭਗਤ ਸਿੰਘ ਨੇ ਇਹਨੇ ਭਗਵੰਤ ਮਾਨ ਨੇ ਉਹ ਬਿਆਨ ਵਾਪਸ ਲੈਣਾ ਹੀ ਸੀ ਤੇ ਉਹ ਵਾਪਸ ਲੈ ਲਿਆ ਲੋਕ ਉਧਰ ਉਲਝ ਗਏ ਉਧਰ ਉਲਝਾ ਕੇ ਇਹਨਾਂ ਨੇ ਤੇ ਆ ਖੜਾ ਕਰਤਾ ਲਿਆ ਕੇ ਦਿੱਲੀ ਦੀ ਟੀਮ 2 ਕੰਮ ਕਰਤੇ ਉਹ ਮਤਲਬ ਮੱਤੇਵਾੜੇ ਦੇ ਵਿੱਚ ਇਹਨਾਂ ਨੇ 2 ਕੰਮ ਕਰਤੇ ਇੱਕ ਤਾਂ ਸਾਰੀ IT ਸੈੱਲ ਦੀ ਟੀਮ ਜਿਹੜੀ ਦਿੱਲੀ ਸੀ ਉਹ ਲਿਆ ਕੇ ਪੰਜਾਬ ਦੇ ਵਿੱਚ ਬਿਠਾਤੀ ਚੰਡੀਗੜ੍ਹ ਦੇ ਵਿੱਚ ਕੋਠੀ ਦੇਤੀ ਲੱਖਾਂ ਦੀ ਤਨਖਾਹ ਤੇ ਲੋਕ ਮੱਤੇਵਾੜਾ ਦੇ ਵਿੱਚ ਉਲਝਾਤੇ ਤੇ ਨਾਲ ਦੀ ਨਾਲ ਉਹ ਕਮੇਟੀ ਬਣਾਤੀ ਉਹਦੀ ਚੱਡੇ ਵਾਲੀ ਰਾਘਵ ਚੱਡੇ ਵਾਲੀ ਕਿ ਲੋਕ ਮੱਤੇਵਾੜੇ ਚੁਲਝੇ ਰਹਿਣ ਰਾਘਵ ਚੱਡੇ ਵਾਲਾ ਮਸਲਾ ਖਤਮ ਹੋ ਜੇ ਲੇਕਿਨ ਉਹ ਮਸਲਾ ਮੱਤੇਵਾੜੇ ਵਾਲਾ ਖਤਮ ਹੋ ਕੇ ਜਦੋਂ ਲੋਕ ਇੱਧਰ ਹੋ ਗਏ ਸੋਸ਼ਲ ਮੀਡੀਆ ਤੇ ਸਾਰਾ ਸੋਸ਼ਲ ਮੀਡੀਆ ਭਰ ਗਿਆ ਫੇਸਬੁੱਕਾਂ ਜਿੰਨਾ ਵੀ ਆ ਇੰਸਟਾਗ੍ਰਾਮ ਕੀ ਟਿਕਟੋਕ ਕੀ ਸਾਰਾ ਕੁਝ ਭਰ ਗਿਆ ਜਦੋਂ ਇਹਨਾਂ ਦੇ ਗਲਾਮੇ 'ਚ ਹੱਥ ਪੈਂਦਾ ਦਿਖਿਆ ਫਿਰ ਇਹਨਾਂ ਨੇ ਆਹ ਪੁਆਇੰਟ ਕੱਢਿਆ ਜਿਹੜਾ ਭਗਤ ਸਿੰਘ ਵਾਲਾ ਇਹ ਇਹਨਾਂ ਨੇ ਖੁਦ ਹੀ ਕੱਢਿਆ ਆਪ ਹੀ ਤੁਹਾਨੂੰ ਉਲਝਾਉਣ ਵਾਸਤੇ ਇਹ ਗੱਲਾਂ ਨੂੰ ਸਮਝਿਆ ਕਰੋ ਇਹ ਸਾਰੇ ਗੌਰਮੈਂਟ ਦਾ ਹੀ ਸਾਰਾ ਕੀਤਾ ਕਰਾਇਆ ਸੈਂਟਰ ਗੌਰਮੈਂਟ ਦਾ ਤੇ ਪੰਜਾਬ ਗੌਰਮੈਂਟ ਦਾ ਰਲ ਕੇ ਸਾਰਾ ਕੁਝ ਕੀਤਾ ਹੋਇਆ ਤੇ ਇਹਨਾਂ ਨੇ ਇਹ ਮਸਲੇ ਤੋਂ ਖਹਿੜਾ ਛਡਾਉਣ ਦੇ ਮਾਰਿਆਂ ਨੇ ਜਦੋਂ ਇਹਨਾਂ ਦੀ ਇੰਨੀ ਕੁੱਤੇ ਖਾਣੀ ਹੋਈ ਨਾ ਹਫ਼ਤੇ ਦੇ ਵਿੱਚ ਸੋਸ਼ਲ ਮੀਡੀਆ ਤੇ ਫਿਰ ਇਹਨਾਂ ਨੇ ਆਪਣੀ ਅੰਦਰੋਂ ਅੰਦਰੀ ਇਹਨਾਂ ਨੇ ਫਿਰ ਸਕੀਮ ਲਾ ਕੇ ਬੰਦਾ ਖੜਾ ਕੀਤਾ ਬੰਦਾ ਖੜਾ ਕਰਕੇ 4 ਬੰਦੇ ਇਕੱਠੇ ਕਰਕੇ ਵਿੱਚ ਆਪਣੇ ਕੁਝ ਸਲਾਰੂ ਛੱਡ ਕੇ ਇਹਨਾਂ ਨੇ ਉਹ ਤੋਂ ਬਿਆਨ ਜਦ ਬਾਤਾ ਬੰਦੇ ਤੋਂ ਮੈਂ 5 ਲੱਖ ਦਊਂਗਾ ਪੱਗ ਲਾ ਕੇ ਲਿਆਊਗਾ ਫਲਾਨਾ ਕਰੂਗਾ ਸਾਰਾ ਕੁਝ ਗੌਰਮੈਂਟ ਦਾ ਕੀਤਾ ਕਰਾਇਆ ਪੰਜਾਬ ਗੌਰਮੈਂਟ ਦਾ ਤੁਹਾਨੂੰ ਮੁੱਦੇ ਤੋਂ ਭਟਕਾਉਣ ਵਾਸਤੇ ਇਸ ਕਰਕੇ ਹੱਥ ਬੰਨ ਕੇ ਵੱਡਾ ਤੁਹਾਡੇ ਤੋਂ ਫਿਰ ਵੀ ਹੱਥ ਬੰਨ ਕੇ ਬੇਨਤੀ ਕਰਦਾ ਤੁਹਾਡੇ ਅੱਗੇ ਸਾਰਿਆਂ ਅੱਗੇ ਕਿ ਇਹਨਾਂ ਮਸਲਿਆਂ 'ਚ ਨਾਲ ਜੋ ਬੜੇ ਮਸਲਿਆਂ 'ਚ ਤੁਹਾਨੂੰ ਉਲਝਾਉਣਾ ਇੱਕ ਤੁਹਾਡੇ ਹੋਰ ਇੱਕ ਤੋਹਫਾ ਮਿਲਣ ਜਾ ਰਿਹਾ ਥੋੜੇ ਦਿਨਾਂ 'ਚ ਆ 3-4 ਦਿਨਾਂ ਤੱਕ ਚੰਡੀਗੜ੍ਹ ਕੰਪਲੀਟ ਤੌਰ ਤੇ ਸੈਂਟਰ ਦੇ ਹਵਾਲੇ ਹੋਣ ਜਾ ਰਿਹਾ 3-4 ਦਿਨਾਂ 'ਚ ਪਰਸੋਂ ਚੌਥੇ ਨੂੰ ਅਮਿਤ ਸ਼ਾਹ ਆ ਰਿਹਾ ਮਨੋਹਰ ਲਾਲ ਖੱਟਰ ਨੂੰ ਉਹ ਜਗ੍ਹਾ ਦੇਣ ਵਾਸਤੇ ਚੰਡੀਗੜ੍ਹ ਦੇ ਵਿੱਚ ਤੇ ਮੈਂ ਤਾਂ ਇਸ ਚੀਜ਼ ਦਾ ਸਿਮਰਜੀਤ ਸਿੰਘ ਮਾਨ ਦਾ ਵੀ ਧੰਨਵਾਦ ਕਰੂੰਗਾ ਔਰ ਲਾਲ ਲੀਰਾਂ ਦਾ ਵੀ ਧੰਨਵਾਦ ਹੀ ਕਰੂੰਗਾ ਇਸ ਚੀਜ਼ ਤੇ ਕਿ ਸ਼ੁਕਰ ਹੈ ਜੇ ਇਹ ਮਸਲਾ ਉੱਠਿਆ ਮਾੜਾ ਮੋਟਾ ਤਾਂ 92 ਲਾਸ਼ਾਂ ਦੇ ਵਿੱਚੋਂ ਕੋਈ ਬੋਲਿਆ ਤਾਂ ਸਹੀ ਨਹੀਂ ਤਾਂ ਨਾ ਇਹ ਕੋਈ BBMP ਦੇ ਮੁੱਦੇ ਤੇ ਬੋਲਿਆ ਨਾ ਇਹ SYL ਦੇ ਮੁੱਦੇ ਤੇ ਕੁਝ ਬੋਲਿਆ ਨਾ ਇਹ ਚੰਡੀਗੜ੍ਹ ਵਾਲੇ ਮਸਲੇ ਤੇ ਕੁਝ ਬੋਲਿਆ ਨਾ ਇਹ ਯੂਨੀਵਰਸਿਟੀ ਵਾਲੇ ਮਸਲੇ ਤੇ ਕੁਝ ਬੋਲਿਆ ਨਾ ਇਹਨਾਂ ਨੇ ਚੱਡੇ ਵਾਲੇ ਦਾ ਕੋਈ ਜਵਾਬ ਦਿੱਤਾ ਕਿਸੇ ਗੱਲ ਦਾ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਲੇਕਿਨ ਜੋ ਹੀ ਉਹ ਸਿੱਧੂ ਮੂਸੇਵਾਲੇ ਦਾ SYL ਗਾਣਾ ਆਇਆ ਉਦੋਂ ਇਹ ਭੇਡਾਂ ਉੱਠੀਆਂ 92 ਲਾਸ਼ਾਂ ਜਾਂ ਹੁਣ ਇਹ 92 ਲਾਸ਼ਾਂ ਉੱਠੀਆਂ ਜਦੋਂ ਆਹ ਮਸਲਾ ਖੜਾ ਹੋਇਆ ਨਹੀਂ ਤਾਂ ਇਹ ਲਾਸ਼ਾਂ ਹੀ ਰਹਿੰਦੀਆਂ ਨੇ ਸ਼ੁਕਰ ਹੈ ਇਹ ਬੋਲੇ ਤਾਂ ਸਹੀ ਸਾਨੂੰ ਇਹ ਤਾਂ ਪਤਾ ਲੱਗਿਆ ਨਾ ਵੀ ਇਹਨਾਂ ਦੇ ਮੂੰਹ 'ਚ ਜ਼ਬਾਨ ਹੈਗੀ ਆ ਤੇ ਇਸ ਕਰਕੇ ਸੁਚੇਤ ਰਿਹਾ ਕਰੋ ਇਹ ਸਾਰੀਆਂ ਗੌਰਮੈਂਟ ਦੀਆਂ ਹੀ ਚਾਲਾਂ ਨੇ ਗੌਰਮੈਂਟ ਹੀ ਤੁਹਾਡੇ ਨਾਲ ਖੇਡਦੀ ਆ ਜਦੋਂ ਵੀ ਕੋਈ ਇਹਨਾਂ ਨੇ ਆਪਣਾ ਕੋਈ ਗਲਤ ਕੰਮ ਕਰਨਾ ਹੋਵੇ ਉਦੋਂ ਕੋਈ ਨਾ ਕੋਈ ਤੁਹਾਨੂੰ ਮਸਲੇ ਦੇ ਵਿੱਚ ਉਲਝਾ ਦਿੰਦੀ ਆ ਤੁਸੀਂ ਉੱਧਰ ਉਲਝ ਜਾਂਦੇ ਹੋ ਤੇ ਇਹ ਆਪਣਾ ਕੰਮ ਕਰ ਜਾਂਦੇ ਨੇ ਤੇ ਇਹ ਨਾ ਸੋਚੋ ਕਿ ਮੇਰੀਆਂ ਤੁਸੀਂ ਵੀਡੀਓ ਕੱਢ ਕੇ ਦੇਖ ਲਿਓ ਮਾਰਚ ਦੀਆਂ 8 ਮਾਰਚ ਦੀ 12 ਮਾਰਚ ਦੀ ਮੇਰੇ ਇਸੇ ਪੇਜ ਤੇ ਪਈਆਂ ਨੇ ਜਿਹੜੀਆਂ ਗੱਲਾਂ ਗੌਰਮੈਂਟ ਬਣਨ ਤੋਂ ਪਹਿਲਾਂ ਇਹਨਾਂ ਦੀ ਝਾੜੂ ਵਾਲਿਆਂ ਦੀ ਮੈਂ ਕਹੀਆਂ ਸੀਗੀਆਂ ਉਹਨਾਂ ਗੱਲਾਂ ਵਿੱਚੋਂ ਇੱਕ ਪੁਆਇੰਟ ਕੱਢ ਕੇ ਮੈਨੂੰ ਦੇ ਦਿਓ ਕਿ ਅੰਕਲ ਆਹ ਗੱਲ ਤੇ ਤੂੰ ਗਲਤ ਸੀ ਉਦੋਂ ਗੌਰਮੈਂਟ ਬਣਨ ਤੋਂ 1 ਮਹੀਨਾ ਪਹਿਲਾਂ ਮੈਂ ਤੁਹਾਨੂੰ ਪਿੱਟਦਾ ਰਿਹਾ ਕਿ RSS ਦੀ B ਟੀਮ ਆ ਇਹ BJP ਦੇ B ਟੀਮ ਆ ਇਹ ਬੜਾ ਨੁਕਸਾਨ ਕਰੇਗੀ ਪੰਜਾਬ ਦਾ
ये बहुत खराब आ काम, लेकिन लोग नहीं समझे। लोग समझण भी किवें, क्योंकि लोगों कोले होर कोई ऑप्शन ही है नहीं सी। कांग्रेस नूं ते अकालियां नूं तां लोकां ने देखिया होया सी, होर कोई ऑप्शन है नहीं सी तीजा, ते लोकां ने चलो चुन लिया, उहदे विच कसूर भी है नहीं, पर लोकां ने तां चंगी करके चुनिया सी। लेकिन ये तां उन्हां नूं भी गए गुजरे निकले, अकालियां नालों ते दूसरिਆਂ नालों भी, ਤੇ ਇਹਨਾਂ ਨੇ ਤਾਂ ਸਿਰੇ ਹੀ ਲਾਤੀ ਗੱਲ। ਉਹ ਕੰਮ ਜਿਹੜਾ 70 ਸਾਲਾਂ 'ਚ ਅੱਜ ਤੱਕ ਨਹੀਂ ਹੋਇਆ, ਉਹ ਇਹਨਾਂ ਦੇ ਰਾਜ ਤੇ 3 ਮਹੀਨਿਆਂ ਦੇ ਵਿੱਚ ਇਹੋ ਜਿਹੇ ਕੰਮ ਹੋ ਗਏ ਜਿਹੜੇ ਪੰਜਾਬ ਨੂੰ ਬਿਲਕੁਲ ਗਰਕ ਦੇ ਵਿੱਚ ਐ ਬਿਲਕੁਲ ਧੱਕਤਾ ਇਹਨਾਂ ਨੇ। ਕੋਈ ਮਾਈਨਿੰਗ ਦਾ ਮਸਲਾ ਹੱਲ ਹੋਇਆ, ਕੋਈ ਚਿੱਟੇ ਦਾ ਮਸਲਾ ਹੱਲ ਹੋਇਆ, ਕੋਈ ਪਾਣੀਆਂ ਦਾ ਮਸਲਾ ਹੱਲ ਹੋਇਆ। ਉਲਟਾ 8 ਲੱਖ ਕਰੋੜ ਪਤਾ ਨਹੀਂ ਕਿੰਨਾ ਇਹਨਾਂ ਨੇ ਪੱਕੀ ਨਹਿਰ ਕਰਨ ਤੇ ਬਜਟ ਦੇ ਵਿੱਚ ਪਾਸ ਕਰਤਾ। ਕੋਈ ਹੈ, ਕੋਈ ਤੁਹਾਨੂੰ ਲੱਗਦਾ ਕੋਈ ਤੁਹਾਡੇ ਪੰਜਾਬ ਦੇ ਹੱਕ ਦੇ ਵਿੱਚ ਕੋਈ ਇਹਨਾਂ ਦਾ ਫੈਸਲਾ ਆਇਆ ਹੋਵੇ ਅੱਜ ਤੱਕ? ਕੋਈ ਚੰਗਾ ਕੋਈ ਆਇਆ? ਤੇ ਦੂਸਰੀ ਗੱਲ ਜਿਹੜੀ ਭਗਵੰਤ ਮਾਨ ਦੀ ਆ, ਪਤਾ ਨਹੀਂ ਉਹਦੀ ਕੀ ਮਜਬੂਰੀ ਆ ਤੇ ਕੀ ਉਹਨੂੰ ਡਰ ਹੈ, ਕੀ ਉਹਦੀ ਕੋਈ ਇਹੋ ਜਿਹੀ ਚੋਰੀ ਉਹਨਾਂ ਦੇ ਹੱਥ ਦੇ ਵਿੱਚ ਹੈ ਜਿਹੜੀ ਤੋਂ ਡਰਦਾ ਛੁਪਿਆ ਹੋਇਆ, ਜਿਹੜੀ ਤੋਂ ਉਹ ਡਰਦਾ ਥੱਲੇ ਲੱਗਿਆ ਹੋਇਆ। ਇਹ ਤਾਂ ਪਰਮਾਤਮਾ ਜਾਣਦਾ ਜਾਂ ਭਗਵੰਤ ਮਾਨ ਜਾਣਦਾ, ਤੇ ਹੋਰ ਤਾਂ ਕਿਸੇ ਨੂੰ ਨਹੀਂ ਪਤਾ। ਇਸ ਕਰਕੇ ਮੈਂ ਆਪ ਦੇ ਸਪੋਰਟਰਾਂ ਨੂੰ ਵੀ, ਜਿਹੜੇ ਝਾੜੂ ਵਾਲੇ ਨੇ, ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਦਾ, ਚਾਹੇ ਮੇਰੇ ਤੋਂ ਛੋਟੇ ਆ, ਚਾਹੇ ਮੇਰੇ ਤੋਂ ਵੱਡੇ ਆ, ਚਾਹੇ ਮੇਰੇ ਹਾਣੀ ਭਰਾ ਨੇ, ਬੱਚੇ ਬੱਚੀਆਂ ਜਿੰਨੇ ਵੀ ਨੇ, ਮੈਂ ਤੁਹਾਨੂੰ ਸਾਰੇ ਜਿਹੜੇ ਆਪ ਦੇ ਸਪੋਰਟਰ ਵੀ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ, ਇਹ ਭਗਵੰਤ ਮਾਨ ਨੂੰ ਪੰਜਾਬੀ ਬਣਾਓ, ਉਹਨੂੰ ਹੱਲਾਸ਼ੇਰੀ ਦਿਓ, ਉਹਨੂੰ ਉਹਦੇ ਨਾਲ ਖੜੋ, ਉਹਨੂੰ ਹੱਲਾਸ਼ੇਰੀ ਦੇ ਕੇ ਉਹਨੂੰ ਕਹੋ ਪੰਜਾਬ ਦਾ ਪੁੱਤ ਬਣ। ਹੋ ਸਕਦਾ ਉਹ ਤੁਹਾਡੀ ਹੱਲਾਸ਼ੇਰੀ ਨਾਲ ਪੰਜਾਬ ਦਾ ਪੁੱਤ ਬਣ ਜੇ ਤੇ ਸਾਡੇ ਪੰਜਾਬ ਦਾ ਕੁਝ ਬਚ ਜੇ, ਨਹੀਂ ਤਾਂ ਸਾਡੇ ਪੱਲੇ ਕੱਖ ਨਹੀਂ ਰਹਿਣਾ। ਆ 3 ਮਹੀਨਿਆਂ 'ਚ ਜਿੰਨੀ ਬਰਬਾਦੀ ਹੋਈ ਆ, ਤਾਂ 1 ਸਾਲ ਬਾਅਦ ਪੰਜਾਬ ਦਾ ਇੰਨਾ ਸੱਤਿਆਨਾਸ਼ ਇਹਨਾਂ ਨੇ ਕਰ ਦੇਣਾ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ। ਹੁਣ ਜਿਹੜਾ ਇਹਨਾਂ ਨੇ ਇੱਕ ਡਰਾਮਾ ਕੀਤਾ ਸੀ ਪਿੱਛੇ ਜੇ ਵੋਟਾਂ 'ਚ, ਆ ਜਿਮਨੀ ਚੋਣ ਸੰਗਰੂਰ ਦੀ ਹੋਣ ਤੋਂ ਪਹਿਲਾਂ ਇਹਨਾਂ ਨੇ ਇੱਕ ਡਰਾਮਾ ਕੀਤਾ ਸੀਗਾ, ਬੜਾ ਤਕੜਾ ਡਰਾਮਾ ਖੇਡਿਆ ਸੀ ਇਹਨਾਂ ਨੇ। ਆਪਣਾ ਉਹ ਸਿੰਗਲਾ ਮੰਤਰੀ ਲਾ ਕੇ ਮਾਰਿਆ ਸੀ, ਕਹਿੰਦੇ ਜੀ ਰਿਸ਼ਵਤ ਮੰਗਦਾ। ਉਹ ਅਸਲੀਅਤ ਕੁਛ ਹੋਰ ਹੀ ਨਿਕਲੀ, ਉਹਦੀ ਅਸਲੀਅਤ ਕੁਛ ਹੋਰ ਹੀ ਨਿਕਲੀ। ਉਹਦੀ ਅਸਲੀਅਤ ਇਹ ਨਿਕਲੀ ਕਿ ਰਾਘਵ ਚੱਡਾ ਜਿਹੜਾ ਸੀਗਾ ਉਹ ਰਿਸ਼ਵਤ ਦੇ ਪੈਸੇ ਸਾਰੇ ਇਕੱਠੇ ਆਪਣੇ ਕੋਲ ਕਰ ਰਿਹਾ ਸੀਗਾ। ਉਹਦੇ ਡਿਪਾਰਟਮੈਂਟ ਦੇ, ਸਿਹਤ ਡਿਪਾਰਟਮੈਂਟ ਦੇ, ਜਿਹੜੇ ਡਿਪਾਰਟਮੈਂਟ ਦਾ ਉਹ ਮੰਤਰੀ ਸੀ, ਉਹਨੇ ਰਾਘਵ ਚੱਡੇ ਨੂੰ ਜਾ ਕੇ ਇਹ ਗੱਲ ਕਹਿਤੀ, ਕਹਿੰਦਾ ਵੀ ਤੂੰ ਸਾਰੇ ਹੀ ਚੱਕੇ ਦਿੱਲੀ ਨੂੰ ਲਈ ਜਾਣਾ, ਕੁਛ ਹਿੱਸਾ ਮੈਨੂੰ ਵੀ ਦੇ ਵਿੱਚੋਂ, ਕੁਛ ਪੰਜਾਬ ਵਾਸਤੇ ਵੀ ਛੱਡ ਦੇ, ਕੁਛ ਮੇਰੇ ਵਾਸਤੇ ਵੀ ਛੱਡ ਦੇ। ਅਸਲੀਅਤ ਆ ਜਿਹੜੀ ਸੱਚਾਈ ਆ, ਆਹ ਗੱਲ ਸੱਚ ਹੈ। ਇਹ RTI ਪਾ ਕੇ ਕਢਾਈ ਹੋਈ ਗੱਲ ਆ, ਕੋਈ ਕਹੀ ਕਹਾਈ ਗੱਲ ਨਹੀਂ। ਤੇ ਜਦੋਂ ਉਹਨੇ ਇਹ ਗੱਲ ਉਹਨੂੰ ਕਹੀ ਵੀ ਸਾਡਾ ਪੰਜਾਬ ਦੇ ਵਿੱਚ ਵਾਸਤੇ ਵੀ ਕੁਛ ਰਹਿਣ ਦੇ, ਤੂੰ ਸਾਰਾ ਹੀ ਚੱਕ ਕੇ ਦਿੱਲੀ ਨੂੰ ਲਈ ਜਾਣਾ, ਤੇ ਫਿਰ ਇਹਨਾਂ ਨੇ ਉਹਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਔਰ ਉਹ ਸਰੇਆਮ ਬਾਹਰ ਆ ਕੇ ਥਾਪੀਆਂ ਮਾਰ ਰਿਹਾ, ਕਹਿੰਦਾ ਮੇਰੇ ਤੇ 1 ਰੁਪਈਏ ਦਾ ਕੋਈ ਇਲਜ਼ਾਮ ਸਾਬਤ ਕਰ ਦਵੇ। ਤੇ ਫਿਰ ਹੁਣ ਇਹਨਾਂ ਨੂੰ ਵਿੱਚੇ ਹੀ ਭਗਵੰਤ ਮਾਨ, ਵਿੱਚ ਹੀ ਚੱਡਾ, ਵਿੱਚ ਹੀ ਇਹਨਾਂ ਦੇ ਸਪੋਰਟਰ, ਵਿੱਚ ਹੀ ਇਹਨਾਂ ਦੀਆਂ ਭੇਡਾਂ, ਵਿੱਚ ਹੀ ਇਹਨਾਂ ਦੀਆਂ ਲਾਸ਼ਾਂ 92 ਹੁਣ ਡੁੱਬ ਕੇ ਮਰ ਜਾਣਾ ਚਾਹੀਦਾ ਇਹਨਾਂ ਨੂੰ, ਜਾਂ ਫਿਰ ਉਹ ਪਤੰਦਰ ਦਾ ਜਵਾਬ ਦੇਣ। ਹੁਣ ਜਿਹੜਾ ਲਲਕਾਰ ਕੇ ਮੀਡੀਆ ਦੇ ਵਿੱਚ ਆ ਕੇ ਕਹਿ ਰਿਹਾ ਕਿ ਮੇਰੇ ਤੇ 1 ਰੁਪਈਆ ਦਾ ਦੋਸ਼ ਸਾਬਤ ਕਰੋ, ਨਾ ਹੀ ਇਹ ਕਰ ਸਕੇ ਨੇ ਅਦਾਲਤ ਦੇ ਵਿੱਚ। ਅਦਾਲਤ ਨੇ ਬਾ ਇੱਜ਼ਤ ਜ਼ਮਾਨਤ ਦਿੱਤੀ ਆ ਉਸ ਬੰਦੇ ਨੂੰ, ਤੇ ਬਦਨਾਮ ਵੱਖਰਾ ਹੋ ਗਿਆ। ਉਹ ਆ ਇਹਨਾਂ ਦੀਆਂ ਚਾਲਾਂ ਨੇ, ਆ ਇਹਨਾਂ ਦੀਆਂ ਕਰਤੂਤਾਂ ਨੇ, ਸਮਝੇ? ਤੇ ਇਹਨਾਂ ਗੱਲਾਂ ਤੋਂ ਸੁਚੇਤ ਰਿਹਾ ਕਰੋ। ਇਹ ਗੱਲਾਂ ਬਹੁਤ ਜ਼ਰੂਰੀ ਨੇ। ਜੇ ਤੁਸੀਂ ਇਹਦੀ ਭਗਤ ਸਿੰਘ ਦੇ ਜਨਮ ਤੋਂ ਲੈ ਕੇ ਉਹਦੀ ਸ਼ਹੀਦੀ ਤੱਕ, ਫਾਂਸੀ ਤੱਕ ਉਹਦੀ ਸਾਰੀ ਡਿਟੇਲ ਲੈਣੀ ਹੋਵੇ, ਸਾਰੀ ਡਿਟੇਲ A to Z ਪੜ੍ਹਾਈ ਤੋਂ ਲੈ ਕੇ ਫਾਂਸੀ ਤੱਕ ਤਾਂ ਮੇਰੇ ਕੋਲੇ ਸਾਰੀ ਪਈ ਆ, ਵਿਦ ਪ੍ਰੂਫ, ਵਿਦ ਗੌਰਮੈਂਟ ਤੇ ਐਵੀਡੈਂਸ। ਇੱਥੇ ਤੱਕ ਕਿ ਭਗਤ ਸਿੰਘ ਨੇ ਡਾਇਰੈਕਟ ਮਹਾਰਾਣੀ ਵਿਕਟੋਰੀਆ ਤੱਕ ਨੂੰ ਚਿੱਠੀਆਂ ਲਿਖੀਆਂ ਮਾਫੀ ਦੀਆਂ, ਫਾਂਸੀ ਤੋਂ ਪਹਿਲਾਂ ਡਾਇਰੈਕਟ ਚਿੱਠੀਆਂ। ਉਹ ਚਿੱਠੀਆਂ ਮੇਰੇ ਕੋਲ ਪਈਆਂ ਨੇ ਵਿਦ ਪ੍ਰੂਫ, ਭਗਤ ਸਿੰਘ ਦੇ ਸਾਈਨ ਨੇ ਉਹਨਾਂ ਦੇ ਉੱਤੇ। ਤੇ ਗੱਲਾਂ ਕਰਦੇ ਭਗਤ ਸਿੰਘ ਦੀਆਂ। ਹੁਣ ਇੱਕ ਦੂਸਰੀ ਗੱਲ ਜਾਂਦੀ ਜਾਂਦੀ ਮੈਂ ਹੋਰ ਦੱਸ ਦਿੰਨਾ,
ये किहड़े भगत सिंह दीयां गल्लां करदे ने? ये भगत सिंह दा भाणजा सरेआम 1999 ਦੇ ਵਿੱਚ मुकाबला बना के झूठे मुकाबले में मारिया गया नत्त, ते ओदा इंसाफ देता इन्होंने। ये पग बन के तो बह गए, इंसाफ देता ओदा? भगवंत मान नूं सवाल आ यह, जां इन्हां दीयां 92 लाशां नूं सवाल आ यह कि वो नत्त दा तुसीं जवाब देता? उल्टा तुसीं ਵੱਡੇ ਭਗਤ ਸਿੰਘ ਦੇ ਹਮਾਇਤੀ ਬਣਦੇ ਹੋ। ਜਿਹੜੇ ਰਾਜ ਸਭਾ ਮੈਂਬਰ ਭੇਜਿਆ ਉਹਦੇ ਵਿੱਚੋਂ ਭਗਤ ਸਿੰਘ ਦਾ ਪਰਿਵਾਰ ਮਰ ਗਿਆ ਸੀ, ਭਗਤ ਸਿੰਘ ਦਾ ਪਰਿਵਾਰ ਜਿਉਂਦਾ ਹੈ ਇਸ ਟਾਈਮ, ਤੇ ਉਹਨਾਂ ਦੇ ਵਿੱਚੋਂ ਕੋਈ ਰਾਜ ਸਭਾ ਦਾ ਮੈਂਬਰ ਕਿਉਂ ਨਹੀਂ ਗਿਆ? ਤੀਸਰੀ ਗੱਲ, ਭਗਤ ਸਿੰਘ ਦੇ ਘਰੋਂ ਭਗਵੰਤ ਮਾਨ ਦੀ ਕੋਠੀ ਦੇ ਵਿੱਚ ਮਿਲਣ ਵਾਸਤੇ ਆਏ ਉਹਨਾਂ ਦੇ ਘਰ ਦੇ, ਜਿਹੜਾ ਉਹ ਨੱਤ ਦਾ ਉਹਨਾਂ ਦੇ ਭਾਣਜੇ ਦਾ ਕੇਸ ਚੱਲਦਾ, ਜਿਹੜਾ ਨਕਲੀ ਮੁਕਾਬਲਾ ਬਣਾਇਆ ਗਿਆ, ਤੇ ਉਹਨੂੰ ਮਿਲਣ ਵਾਸਤੇ ਆਏ ਕਿ ਸਾਡੇ ਕਾਂਗਰਸ ਅਕਾਲੀਆਂ ਨੇ ਤਾਂ ਕੋਈ ਫੈਸਲਾ ਨਹੀਂ ਕੀਤਾ, ਹੁਣ ਤੁਸੀਂ ਨਵੇਂ ਆਏ ਹੋ, ਤੁਸੀਂ ਉਹੀ ਕੁਛ ਕਰਦੇ ਹੋ। ਆ 3 ਹਫ਼ਤੇ ਪਹਿਲਾਂ ਦੀ ਗੱਲ ਹੈ। ਤੇ ਭਗਵੰਤ ਮਾਨ ਨੇ ਉਹਨਾਂ ਨੂੰ ਮਿਲਣ ਦਾ ਟਾਈਮ ਨਹੀਂ ਦਿੱਤਾ, ਵੱਡੇ ਕ੍ਰਾਂਤੀਕਾਰੀਆਂ ਨੇ। ਉਹ ਰੋਂਦੇ ਉੱਥੋਂ ਚਲੇ ਗਏ, ਬਿਲਕਦੇ ਵਾਪਸ। ਆ ਤਾਂ ਇਹਨਾਂ ਦੀ ਅਸਲੀਅਤ ਹੈ। ਇਹ ਕੀ ਸਨਮਾਨ ਕਰਨਗੇ ਭਗਤ ਸਿੰਘ ਦਾ? ਔਰ ਦੂਸਰੀ ਗੱਲ ਇੱਕ ਲਾਸਟ ਤੁਹਾਨੂੰ ਹੋਰ ਦੱਸ ਦਿੰਦਾ, ਭਗਤ ਸਿੰਘ ਦਾ ਤੇ ਡਾਕਟਰ ਅੰਬੇਦਕਰ ਦੀ ਸੋਚ ਦਾ 100% ਨਹੀਂ 150% ਦਾ ਫਰਕ ਸੀ, ਆਪਸ ਵਿੱਚ ਆਪੋਜਿਟ ਸੀ। ਕਿਉਂਕਿ ਸਾਈਮਨ ਕਮਿਸ਼ਨ ਜਿਹੜਾ ਆਇਆ ਸੀ, ਡਾਕਟਰ ਅੰਬੇਦਕਰ ਉਹਦੇ ਹੱਕ ਸੀ, ਕਿਉਂਕਿ ਉਹ ਸਾਡੇ ਵਾਸਤੇ, ਚਾਹੇ ਅਸੀਂ ਜੱਟ ਹੈ, ਚਾਹੇ ਅਸੀਂ ਰਮਦਾਸੀਆ ਸਿੰਘ ਆ, ਚਾਹੇ ਅਸੀਂ ਮਜ਼੍ਹਬੀ ਸਿੰਘ ਆ, ਚਾਹੇ ਉਹ ਕੋਈ ਵੀ ਛੋਟੀ ਜਾਤ ਦੇ ਬੰਦੇ ਨੇ, ਚਾਹੇ ਕੋਈ ਵੀ ਨੇ, ਉਹਨਾਂ ਵਾਸਤੇ ਉਹ ਇੱਕ ਬਹੁਤ ਵੱਡੀ खुशी की लहर लेके आया सी साइमन कमीशन। इस करके डॉक्टर अंबेदकर उहदे हक सी, लेकिन भगत सिंह लाले दे मगर लग के आर्या समाजी करके उहदे विरोधी सी, ते लाउंदे आ फोटो ये नाल अंबेदकर दी, नाल भगत सिंह दी। दुर फिट्टे मूँह नहीं फिर इन्हां दे। इहदा कोई पुरानियां स्टोरियां नहीं, 70 साल पुरानी भी गल है, लोकां नूं सब कुछ पता है। इहदे नाल दे बंदे जिउंदे आ हजे तक, वो अन्ना हजारे जिउंदा इन्हां दी, इन्हां दे नाल रहा भगत सिंह हुणां दे। पुछ लो ਉਹਨੂੰ, होर बड़े बंदे होणगे 80-90 साल ਦੇ ਜਿਹੜੇ उस टाइम जवान सीगे, बड़े जिउंदे ने हजे। पुछ लो, गल्लां करदे हो तुसीं बड़ियां बड़ियां, असलीयत आ है, सारा कुछ तुहाडे सामने आ। हुण तुसीं सोचना समझना नहीं सोचना, जां मैनूं गालां कढणीਆਂ ने, जां जो भी करना, वो हुण तुहाडे हत्थ वस आ। सच्चाई मैं तुहानूं सारी दसती आ जिहड़ी हैगी आ असलीयत। उस तो बाद सर दूसरी गल, भगत सिंह दा पोता यादविंदर सिंह संधू उहदा नाम है, इस टाइम भी RSS दा सपोर्टर ते सावरकर दा खास भगत आर्या समाजी, और अपने मूहों कह रहा हो कि साडा परिवार जिहड़ा है शुरू तो लैके आर्या समाजी है, साडा सिੱਖੀ ना कोई सरोकार नहीं है। वो खुद अपनी जबान चो कह रहा, भगत सिंह का पोता इस टाइम जिउंदा जागदा बैठा। जे चाहिदी आ वीडियो मैं भेज दूँ, जिहदे कोले नहीं हैगी तां। ਜਿਹੜੇ ਸਿਮਰਨਜੀਤ ਸਿੰਘ ਮਾਨ ਦੇ ਨਾਨੇ ਤੇ ਇਹਨਾਂ ਨੇ ਇਲਜ਼ਾਮ ਲਾਏ ਨੇ ਕਿ ਉਹਨੇ ਸਰੋਪਾ ਦਿੱਤਾ, ਉਹਦੀ ਅਸਲੀਅਤ ਇਹ ਆ ਕਿ ਉਹਨੇ ਸਰੋਪਾ ਤਾਂ ਦੇਤਾ ਉਹਨੂੰ ਡਾਇਰ ਨੂੰ, ਪਰ 4 ਦਿਨ ਸਿੱਖ ਪੰਥ ਨੇ 4 ਦਿਨ ਨਹੀਂ ਰਹਿ ਦਿੱਤਾ ਹਰਿਮੰਦਰ ਸਾਹਿਬ ਦੇ ਵਿੱਚ, ਉਹਨੂੰ ਬਾਹਰ ਕਰਤਾ ਸੀ ਉਹਨੂੰ। स्टोरी देखो, पढ़ो इतिहास, फॉलो किताबां, ये सच्चाई है। सिमरजीत सिंह मान दे नाने नूं 4 दिन सिख पंथ ने दरबार साहब दे विच ਉਹਦੇ पद तो ला के पासे मारिया सी, और ਉਹਨੂੰ पंथ दे विचों बाहर करता सीगा, और ਉਹਨੇ आ के दरबार साहब आ के झाड़ू बरदार की, माफ़ी मंगी, फिर ਉਹਨੂੰ पंथ दे विच वापस लिया गया सी। पहली गल। दूसरी गल, भगत सिंह दे दादे दी, अरूड़ सिंह दी, पटियाले दे विच गुरु साहब की बेअदबी हुई है। उस बेअदबी आर्या समाजियां ने की, और सिखा ने यह गल कही भगत सिंह दे दादे नूं कि तू, तेरे नां नाल सिंह लगदा, अरूड़ सिंह आ तू, पर उन्हें हिक ठोक के कहा, कहना मैं सिंह सुंग कोई नहीं, मैं आर्या समाजियां, मैं बेअदबी वालियां दा केस लड़ूंगा। उन्हें आर्या समाजियां दा केस लड़ के बाइज्जत बरी करवाए। हो पटियाले की घटना, हुण दी घटना यार।
ਆ ਸਾਡੇ पैदा होने तो 20 साल पहला की गल हो गल्लां ने ये साडे कोई ठाठ टूट दे जन्म ने ये गल्लां 47 दियां ने 40-42 दियां ते तुसीं जे हजे ऐस चीज़ां नूं भी नहीं समझदे नवें इतिहास नूं भी नहीं समझदे तां फिर तां रब ही रखा भाई फिर तां कोई हल नहीं है फिर तां कोई फरिश्ता ही आऊगा उपरों ਜਿਹੜਾ ਤੁਹਾਨੂੰ ਬਚਾਊਗਾ ਜਾਂ ਕੋਈ ਦੀਪ ਸਿੱਧੂ ਵਰਗਾ ਪੁੱਤਰ ਕੋਈ ਫੇਰ ਮਹਾਰਾਜ ਪਰਮਾਤਮਾ ਭੇਜੇਗਾ ਔਰ ਇੰਨਾ ਜ਼ਰੂਰ ਆ ਵੀ ਭੇਜੇਗਾ ਜ਼ਰੂਰ ਸਿੱਖ ਪੰਥ ਖਤਮ ਨਹੀਂ ਹੋਣ ਲੱਗਿਆ ਬੜੀਆਂ ਕੋਸ਼ਿਸ਼ਾਂ ਕੀਤੀਆਂ ਬੜੇ ਇੱਥੇ ਅਬਦਾਲੀ ਆਏ ਬੜੇ ਇੱਥੇ ਮੱਛੇ ਰੰਗੜ ਆਏ ਬੜੇ ਇੱਥੇ ਬੜਾ ਕੁਛ ਹੋਇਆ ਪਰ ਇਹਨੂੰ ਖਤਮ ਕਰਨ ਵਾਲਾ ਕੋਈ ਜੰਮਿਆ ਨਹੀਂ ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਦੀ ਸਾਜੀ ਹੋਈ ਕੌਮ ਹੈ ਇਹਨੇ ਖਤਮ ਨਹੀਂ ਹੋਣਾ ਇਹ ਆਪਣਾ ਰਾਹ ਕੱਢ ਹੀ ਲੈਣਗੇ ਔਰ ਮੈਂ ਵਧਾਈ ਦਿੰਦਾ ਪੰਜਾਬ ਦੇ ਯੂਥ ਨੂੰ ਕਿ ਤੁਹਾਡੇ ਬਹੁਤ ਜਾਗਰਤਾ ਆਈ ਆ ਬਹੁਤ ਜ਼ਿਆਦਾ ਜਾਗਰਤਾ ਆਈ ਆ ਮੈਨੂੰ ਉਮੀਦ ਨਹੀਂ ਸੀਗੀ ਮੈਂ ਤੁਹਾਨੂੰ ਸਿੱਧੀ ਸਾਫ਼ ਦਿਲ ਦੀ ਗੱਲ ਦੱਸਦਾ ਮੈਨੂੰ ਉਮੀਦ ਨਹੀਂ ਸੀ ਕਿ ਮੇਰੇ ਜਿਉਂਦੇ ਜੀ ਇੰਨੀ ਜਾਗਰਤਾ ਸਾਡੇ ਯੂਥ ਦੇ ਵਿੱਚ ਦੇਖਣ ਨੂੰ ਮਿਲੂਗੀ ਜਿਹੜੀ ਹੁਣ ਮਿਲ ਰਹੀ ਹੈ ਉਹ ਦੇਣ ਹੈ ਪਹਿਲੀ ਤਾਂ ਦੇਣ ਆ ਸੱਚੇ ਪਾਤਸ਼ਾਹ ਮਹਾਰਾਜ ਦੀ ਦੂਸਰੀ ਦੇਣ ਆ ਉਹ ਦੀਪ ਸਿੱਧੂ ਤੇ ਸਿੱਧੂ ਮੂਸੇ ਵਾਲੇ ਉਹਨਾਂ ਦੀ ਖਾਸ ਕਰਕੇ ਦੀਪ ਸਿੱਧੂ ਦੀ ਜਿਹੜੀ ਉਹਨੇ ਜਾਗਰਤਾ ਤੁਹਾਡੇ ਵਿੱਚ ਲਿਆਂਦੀ ਆ ਔਰ ਤੁਹਾਨੂੰ ਮੱਥਾ ਮਾਰਨਾ ਸਿਖਾਇਆ ਔਰ ਸਭ ਤੋਂ ਵੱਡਾ ਧੰਨਵਾਦ ਕਰਦਾ ਮੈਂ ਸੈਂਟਰ ਗਵਰਨਮੈਂਟ ਦਾ ਤੇ ਪੰਜਾਬ ਗਵਰਨਮੈਂਟ ਦਾ ਤੇ ਤੀਜਾ ਲਾਲ ਲੀਰਾਂ ਦਾ ਜਿਨ੍ਹਾਂ ਨੇ ਇਹ ਮਸਲੇ ਛੇੜ ਕੇ ਤੁਹਾਨੂੰ ਕਿਤਾਬਾਂ ਪੜ੍ਹਨ ਤੇ ਮਜਬੂਰ ਕਰਤਾ ਤੁਹਾਨੂੰ ਇਤਿਹਾਸ ਪੜ੍ਹਨ ਤੇ ਮਜਬੂਰ ਕਰਤਾ ਤੇ ਤੁਹਾਨੂੰ ਅਸਲੀਅਤ ਦਾ ਪਤਾ ਲੱਗਣ ਲੱਗ ਗਿਆ ਤੁਸੀਂ ਇਹਨਾਂ ਦੇ ਚਪੇੜਾਂ ਮਾਰੀਆਂ ਲਾ ਕੇ ਇਹਨਾਂ ਦਾ ਵੀ ਬੜਾ ਧੰਨਵਾਦ ਮੈਂ ਤਾਂ ਪੰਜਾਬ ਗਵਰਨਮੈਂਟ ਨੂੰ ਹੋਰ ਸੁੱਖਾਂ ਸੁੱਖਦਾ ਵੀ ਕੋਈ ਨਾ ਕੋਈ ਮਸਲਾ ਹੋਰ ਛੇੜ ਜਿੰਨੇ ਤੂੰ ਮਸਲਾ ਛੇੜੇਗੀ ਉਨਾ ਹੀ ਸਾਡੇ ਯੂਥ ਨੂੰ ਜਾਗਰਤਾ ਆਏਗੀ ਉਨਾ ਹੀ ਸਾਡਾ ਯੂਥ ਪੜ੍ਹੇਗਾ ਮੱਥਾ ਮਾਰੇਗਾ ਸਾਡੇ ਵਰਗੇ ਕੁੱਤਿਆਂ ਨੂੰ ਸੁਣੇਗਾ ਸਮਝੇ ਤੇ ਇੰਨੀਆਂ ਕੁ ਗੱਲਾਂ ਸੀ ਵੀਡੀਓ ਬਹੁਤ ਲੰਬੀ ਹੋ ਗਈ ਆ ਤੇ ਤੁਹਾਡੇ ਨਾਲ ਕਰਨ ਵਾਲੀਆਂ ਜੇ ਕੋਈ ਵੱਧ ਘੱਟ ਗੱਲ ਕਿਸੇ ਦੇ ਖਿਲਾਫ ਤੁਹਾਡੇ ਬੱਚਿਆਂ ਦੇ ਕੋਈ ਕਹੀ ਗਈ ਹੋਵੇ ਤਾਂ ਮਾਫੀ ਚਾਹੁੰਦਾ ਪਰ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਉਹਨਾਂ ਬੰਦਿਆਂ ਤੱਕ ਪਹੁੰਚਣੀ ਚਾਹੀਦੀ ਆ ਜਿਹੜੇ ਬੰਦੇ ਪੱਗਾਂ ਦਾ ਨਾਮ ਰੱਖਦੇ ਫਿਰਦੇ ਆ ਨਾ ਉਹਨਾਂ ਨੂੰ ਮੈਂ ਖੁੱਲਾ ਚੈਲੰਜ ਕਰਦਾ ਲਾਸਟ ਦੇ ਵਿੱਚ ਫੇਰ ਭਗਤ ਸਿੰਘ ਤੇ ਵਿਦ ਪ੍ਰੂਫ ਵਿਦ ਐਵੀਡੈਂਸ ਆਪਣੇ ਹੱਥ 'ਚ ਲੈ ਕੇ ਪੇਪਰ ਬੈਠੂੰਗਾ ਡਿਬੇਟ ਦੇ ਵਿੱਚ ਔਰ ਬਾਈ ਹੈਂਡ ਤੁਹਾਨੂੰ ਪੇਪਰ ਦਊਂਗਾ ਉਹ ਪੇਪਰ ਤੁਸੀਂ ਗਲਤ ਸਾਬਤ ਕਰਕੇ ਦਿਖਾਇਓ ਵੀ ਇਹ ਗਲਤ ਨੇ ਜਾਂ ਇਹ ਤੂੰ ਆਪਣੇ ਛਾਪੇ ਹੋਏ ਨੇ ਜਾਂ ਕਿਸੇ ਪ੍ਰੈਸ ਚੋਂ ਕਢਾਏ ਹੋਏ ਨੇ ਉਹ ਗੌਰਮੈਂਟਾਂ ਦੇ ਹੋਣਗੇ ਇੰਗਲੈਂਡ ਗੌਰਮੈਂਟ ਦੇ ਇੰਡੀਆ ਗੌਰਮੈਂਟ ਦੇ ਪੰਜਾਬ ਗੌਰਮੈਂਟ ਦੇ ਇਹ ਮੇਰਾ ਚੈਲੰਜ ਹੈ ਤੁਹਾਨੂੰ ਕਰੋ ਡਿਬੇਟ ਜਿਹੜੀ ਵੀ ਕੋਈ ਲਾਲ ਲੀਰ ਦੇ ਵਿੱਚ ਦਮ ਹੈ ਜਾਂ ਇਹਨਾਂ 92 ਲਾਸ਼ਾਂ ਦੇ ਵਿੱਚੋਂ ਜਾਂ ਪੰਜਾਬ ਦੇ ਮੁੱਖ ਮੰਤਰੀ ਵਿੱਚ ਕੋਈ ਦਮ ਹੈ ਕੋਈ ਹੈ ਕਿਸੇ ਦੇ ਵਿੱਚ ਤਾਂ ਕਰੇ ਮੈਂ ਚੈਲੰਜ ਕਰਦਾ ਖੁੱਲਾ ਕਰੇ ਡਿਬੇਟ ਜਿੱਥੇ ਮਰਜੀ खुला पर होवे प्लेटफार्म खुला फैसला जनता करे की सही है की गलत है फैसला ना कोई पत्रकार करे ना डिबेट करने वाले बंदे करन ना मैं करा ना डिबेट करने वाला विरोधी करे फैसला जनता करे फिर डिबेट यह जी होवे ये मेरा चैलेंज आ